जी विखे अत्यंत प्रेमा भावनी दे नाल शरधा दे नाल हाजरियां भरियां ने और सच्चे पातशाह जी दे पावन अमृत बचनां नूं हर जस कीर्तन द्वारा श्रवण करके अपने मनुखा जन्म के लाहे लैण का यतन कर रहे हैं। इसे प्रकार सुखमनी सुख अमृत प्रभ नाम भगत जना कै मन बिसरा हफ्तावारी समागम जो सुखमनी साहब जी के पावन अमृत बचनां दे जाप संगति रूप दे विच होए ने। दाता जी मेहर करन सरबत दे कारज अपनी निगाह अपनी मेहरामत पा के रास करन सब संगतां दे दुख कलेश हर के दरो करो सुख ते समृद्धियां बख्श के निवाजन। लड़ीवार कथा श्री गुरप्रताप सूरज ग्रंथ विचों आपां सुणदे हां। कल ये प्रसंग आप जी ने श्रवण किया कि पिरथी चंद लाहौर विच नकली दरबार साहब ते नकली अमृत सरोवर बनावें ते आस ये करदा कि संगतां इत्थे उदां ही आउण जिद्दां हरमंदर साहब जांदियां ने। पर साध संगत जी ਇਹਦੇ बनाए सरोवर विच ना कोई इशनान करन आवे, ਇਹਦੇ बनाए दरबार साहब दे विच ना ही कोई मत्था टेकन आवे। ਇਹਦੀ तुलना भाई साहब भाई संतोख सिंह जी इवें करते ने जिमें एक बन्ने मान सरोवर होवे ते जिमें किसी पिंड दे बार बार कोई छप्पड़ होवे। मान सरोवर ते जांदे ने हंस ते छप्पड़ दे किनारे ते बैठे ने कां ते बगले। जेड़े तां सच्ची शरधा वाले प्रेम वाले गुरसिख ने आत्म सोझी वाले ਉਹ ਤਾਂ ਸ੍ਰੀ ਅੰਮ੍ਰਿਤਸਰ ਸ੍ਰੀ ਹਰਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਕੋਲ ਆਉਣ ਤੇ ਜਿਹੜੇ ਮੂਰਖ ਮਤ ਨੇ ਜਿਨ੍ਹਾਂ ਦੇ ਮਨ ਦੇ ਵਿੱਚ ਕੇਵਲ ਦੁਨੀਆਦਾਰੀ ਦੇ ਚਸਕੇ ਚੁਗਲੀ ਨਿੰਦਾ ਪ੍ਰਧਾਨ ਹੈ ਉਹ ਕੋਈ ਵਿਰਲਾ ਵਿਰਲਾ ਪਿਰਥੀ ਚੰਦ ਦੇ ਕੋਲ ਜਾਵੇ। ਪਰ ਪਿਰਥੀ ਚੰਦ ਇਹਨੂੰ ਇੱਕ ਵਪਾਰ ਸਮਝ ਕੇ ਚਲਾ ਰਿਹਾ ਸੀ ਕਿ ਮੈਂ ਇਨਵੈਸਟਮੈਂਟ ਕੀਤੀ ਹੈ, ਪੈਸੇ ਲਾਏ ਨੇ ਤੇ ਹੁਣ ਕਮਾਈ ਮੈਨੂੰ ਆਵੇ। ਪਰ ਉਹ ਕਮਾਈ ਆਵੇ ਨਾ, ਬੜਾ ਦੁਖੀ ਹੋਇਆ, ਬੜਾ ਰੋਵੇ। ਇਹਨੇ ਤਿਆਰੀ ਕਰ ਲਈ ਵੀ ਹੁਣ ਮੈਂ ਦਿੱਲੀ ਜਾਵਾਂ ਤੇ ਬਾਦਸ਼ਾਹ ਦੇ ਕੋਲ ਗੁਰੂ ਅਰਜਨ ਦੇਵ ਜੀ ਦੀਆਂ ਚੁਗਲੀਆਂ ਲਾਵਾਂ ਜਾ ਕੇ। ਸਤਿਗੁਰਾਂ ਦੇ ਕੋਲ ਸਿੱਖਾਂ ਨੇ ਆ ਕੇ ਦੱਸਿਆ, ਮਹਾਰਾਜ ਹੇ ਸੱਚੇ ਪਾਤਸ਼ਾਹ ਪਿਰਥੀ ਚੰਦ ਆ ਕੁਝ ਕਰਦਾ ਫਿਰਦਾ ਹੈ। ਤਾਂ ਹਜੂਰ ਨੇ ਆਖਿਆ, ਭਾਈ ਭਾਵੇਂ ਜਿੰਨਾ ਮਰਜੀ ਮਾੜਾ ਹੋਵੇ ਸਾਡਾ ਭਰਾ ਹੀ ਹੈ ਨਾ, ਗੁਰੂ ਰਾਮਦਾਸ ਜੀ ਦਾ ਪੁੱਤਰ ਹੈ, ਇਸ ਲਈ ਆਪਾਂ ਉਹਦੀ ਨਿੰਦਾ ਨਹੀਂ ਕਰਨੀ ਤੇ ਉਹਦੀਆਂ ਕੀਤੀਆਂ ਨੂੰ ਬਰਦਾਸ਼ਤ ਕਰਨਾ ਹੈ। ਯਤਨ ਇਹ ਕਰਨਾ ਕਿ ਉਹਨਾਂ ਨੂੰ ਮਨਾ ਕੇ ਵਾਪਸ ਲੈ ਆਈਏ। ਭਾਈ ਗੁਰਦਾਸ ਜੀ ਨੂੰ ਘੱਲਿਆ। ਭਾਈ ਗੁਰਦਾਸ ਜੀ ਨੇ ਬੜੀ ਸਿਆਣਪ ਭਰੇ ਬਚਨ ਬੋਲ ਕੇ ਸਮਝਾਉਣ ਦਾ ਯਤਨ ਕੀਤਾ। ਪਰ ਪਿਰਥੀ ਚੰਦ ਜਿਹੜਾ ਉਹ ਇਹਨਾਂ ਬਚਨਾਂ ਨੂੰ ਸੁਣ ਕੇ ਹੋਰ ਬਿਫਰ ਗਿਆ। ਉਹਨੇ ਸੋਚਿਆ ਸ਼ਾਇਦ ਮੇਰੇ ਤੋਂ ਡਰ ਗਏ ਨੇ ਵੀ ਇਹ ਦਿੱਲੀ ਨਾ ਚਲਾ ਜਾਵੇ, ਇਹਨੂੰ ਮਨਾ ਲਈਏ। ਇਸ ਕਰਕੇ ਖਾਲਸਾ ਜੀ ਉਹ ਹੋਰ ਵੀ ਹਉਮੈ ਦੇ ਵਿੱਚ ਆ ਗਿਆ। ਲੱਗਾ ਹੈ ਉਲ ਜਲੂਲ ਬੋਲਣ। ਭਾਈ ਗੁਰਦਾਸ ਜੀ ਦੇ ਨਿਮਰਤਾ ਭਰੇ ਸਿਆਣਪ ਭਰੇ ਬੋਲਾਂ ਨੂੰ ਠੁਕਰਾ ਦਿੱਤਾ ਤੇ ਅੱਗੋਂ ਕੀ ਕੁਝ ਬੋਲਦਾ, ਕੀ ਕਰਤੂਤਾਂ ਅੱਗੋਂ ਕਰਦਾ ਪਿਰਥੀਆ। ਆਓ ਅਗਲਾ ਪ੍ਰਸੰਗ ਹੁਣ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਜੀ ਦੀ ਤੀਜੀ ਰਾਸ ਦੇ 24ਵੇਂ ਅੰਸੂ ਦੇ ਵਿੱਚੋਂ ਜਾਰੀ ਹੈ। ਸਾਰੀ ਸੰਗਤ ਲਵਾਓ ਹਾਜ਼ਰੀਆਂ, ਕਰੋ ਰਸਨਾ ਨੂੰ ਪਵਿੱਤਰ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਅਬ ਹੈ ਮਨਾਵਣ ਕੋ ਪਠਿਓ ਛਲ ਔਰ ਉਠਾਵਾ। ਭਾਈ ਗੁਰਦਾਸ ਜੀ ਦੀ ਨਿਮਰਤਾ ਵੇਖ ਕੇ ਨਾ ਇਹਨੇ ਗਲਤ ਅੰਦਾਜ਼ਾ ਲਾਇਆ। ਭਾਈ ਗੁਰਦਾਸ ਜੀ ਸਿਆਣਪ ਦੀ ਗੱਲ ਕਰਦੇ ਨੇ, ਮਿਲਾਪ ਦੀ ਗੱਲ ਕਰਦੇ ਨੇ, ਇਕੱਠ ਦੀ ਸਾਂਝ ਦੀ ਗੱਲ ਕਰਦੇ ਨੇ
ਇਹ ਪ੍ਰਿਥੀ ਚੰਦ ਸਮਝਦਾ ਹੈ ਵੀ ਇਹ ਮੇਰੇ ਤੋਂ ਡਰੀ ਜਾਂਦੇ ਨੇ ਸ਼ਾਇਦ। ਸਾਧ ਸੰਗਤ ਜੀ, ਨਿਮਰਤਾ ਨੂੰ ਜਦੋਂ ਕੋਈ ਸਾਹਮਣੇ ਵਾਲਾ ਇਹ ਸਮਝਣ ਲੱਗ ਪਵੇ ਵੀ ਇਹ ਖਣੀ ਮੇਰੇ ਤੋਂ ਡਰਦੇ ਨੇ ਤਾਂ ਨੀਵੇਂ ਹੋ ਕੇ ਬੋਲਦੇ ਨੇ, ਤਾਂ ਨਿਮਰਤਾ ਵੀ ਅਵਗੁਣ ਬਣ ਜਾਂਦੀ ਹੈ। ਇਸ ਕਰਕੇ ਗੁਰੂ ਕਾ ਖਾਲਸਾ ਇਹ ਵੀਰ ਰਸ ਤੇ ਨਿਮਰਤਾ ਦਾ ਸੁਮੇਲ ਬਣਾ ਕੇ ਚੱਲਦਾ ਹੈ। ਗੁਰੂ ਦਾ ਘਰ ਖੁੱਲ੍ਹਾ ਹੈ ਸਾਰਿਆਂ ਲਈ, ਜਿਹੜਾ ਵੀ ਆਵੇਗਾ ਉਹਦਾ ਇੱਥੇ ਸਵਾਗਤ ਹੈ, ਜੀ ਆਇਆਂ ਨੂੰ ਹੈ। ਦਾਸ ਨੇ ਕਈ ਵਾਰ ਬੇਨਤੀ ਕੀਤੀ, ਕੋਈ ਇਹੋ ਜਿਹਾ ਆਵੇ ਉਹ ਮੱਥਾ ਨਹੀਂ ਟੇਕਣਾ, ਕਿ ਆਪਾਂ ਗੁੱਸਾ ਕਰਦੇ ਆਂ? ਭਾਈ ਸ਼ਰਧਾ ਹੈ ਤੇਰੀ, ਤੇਰੀ ਸ਼ਰਧਾ, ਤੂੰ ਭਾਵੇਂ 100 ਡੰਡੌਤਾਂ ਕਰ, ਜੇ ਤੇਰੇ 'ਚ ਸ਼ਰਧਾ ਨਹੀਂ ਤੇ ਅਸੀਂ ਡੰਡਾ ਵਿਖਾ ਕੇ ਨਹੀਂ ਕਹਿੰਦੇ ਤੂੰ ਮੱਥਾ ਟੇਕ ਹੀ ਟੇਕ। ਤੂੰ ਆਵੇਂਗਾ ਤੇ ਚੇਤਾ ਰੱਖੀ, ਤੇਰੇ ਸਾਹਮਣੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਆਏਗਾ ਆਪਣੇ ਆਪ ਹੱਥ ਜੁੜ ਜਾਣੇ, ਸਿਰ ਨਿਵ ਜਾਣਾ। ਪਰ ਮੈਨੂੰ ਖਿਮਾ ਕਰਨਾ, ਗੁਰੂ ਘਰ ਦੇ ਦਰਵਾਜ਼ੇ ਸਭਨਾਂ ਲਈ ਖੁੱਲੇ ਨੇ, ਤੇ ਜੇ ਕੋਈ ਬਿਲਕੁਲ ਹੀ ਗਲਤ ਫਾਇਦਾ ਚੁੱਕ ਕੇ ਨਫ਼ਰਤ ਨਾਲ ਭਰਿਆ ਕੋਈ ਪਾਪੀ, ਕੋਈ ਦੁਸ਼ਟ, ਕੋਈ ਨੀਚ ਬਿਰਤੀ ਵਾਲਾ, ਉਹ ਐਸਾ ਕਮੀਨਾਪਨ ਵਿਖਾਵੇ ਕਿ ਮੈਂ ਸਿੱਖੀ ਦੇ ਕੇਂਦਰ ਵਿੱਚ ਜਾ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੇਰਹਿਮਤੀ ਕਰਦਿਆਂ, ਜਾਂ ਸਿੱਖੀ ਨੂੰ ਚੈਲੰਜ ਕਰਦਿਆਂ, ਜਾਂ ਸਿੱਖਾਂ ਦੀ ਗੈਰਤ ਉੱਤੇ ਪ੍ਰਸ਼ਨ ਚਿੰਨ੍ਹ ਲਾ ਦਿਆਂ, ਮੈਨੂੰ ਖਿਮਾ ਕਰਨਾ, ਖਾਲਸੇ ਦੀ ਨਿਮਰਤਾ ਜਿੰਨੀ ਇੰਨੀ ਹੋਰ ਕਿਸੇ ਵਿੱਚ ਨਹੀਂ, ਪਰ ਵੀਰ ਰਸ ਵੀ ਖਾਲਸੇ 'ਚ ਕੁੱਟ-ਕੁੱਟ ਕੇ ਭਰਿਆ ਹੈ। ਜਦੋਂ ਖਾਲਸੇ ਦੀ ਵੀਰਤਾ ਤੇ ਕੋਈ ਪ੍ਰਸ਼ਨ ਚਿੰਨ੍ਹ ਲਾਵੇਗਾ, ਫਿਰ ਉਹਨੂੰ ਵੀ ਉਹਦਾ ਜਵਾਬ ਜ਼ਰੂਰ ਮਿਲ ਜਾਏਗਾ। ਸਾਧ ਸੰਗਤ ਜੀ, ਕਲਗੀਧਰ ਜੀ ਦੇ ਪੁੱਤਰਾਂ ਨੇ ਇੰਨੀ ਨਿਮਰਤਾ ਦੀ ਹੱਦ ਵਿਖਾ ਦਿੱਤੀ ਹੈ, ਇੰਨੀ ਸਬਰ ਦੀ ਹੱਦ ਵਿਖਾ ਦਿੱਤੀ ਹੈ। 400 ਤੋਂ ਵਧੇਰੇ ਵਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅਦਬੀ, ਤੇ ਇਹ ਬੇਅਦਬੀ ਖਾਲਸੇ ਦੀ ਅਣਖ ਨੂੰ ਟੁੰਬਣ ਲਈ ਹੈ। ਇਹ ਖਾਲਸੇ ਦੀ ਗੈਰਤ ਤੇ ਪ੍ਰਸ਼ਨ ਚਿੰਨ੍ਹ ਹੈ। ਸਿੱਖ ਕੌਮ ਨੂੰ ਇਹ ਸਾਧ ਸੰਗਤ ਜੀ, ਇਹ ਠੁੱਡਾ ਵਿਖਾਉਣ ਵਾਲੀ ਬਾਤ ਹੋਈ। ਬੜੀ ਨਿਮਰਤਾ ਰੱਖੀ, ਦੋਸ਼ੀ ਕਈ ਪਕੜੇ ਜਾਂਦੇ ਰਹੇ, ਉਹਨਾਂ ਨੂੰ ਸਾਧ ਸੰਗਤ ਜੀ ਕਾਨੂੰਨ ਦੇ ਹਵਾਲੇ ਵੀ ਕੀਤਾ ਜਾਂਦਾ ਰਿਹਾ। ਪਰ ਜਦੋਂ ਸਬਰ ਦਾ ਪਿਆਲਾ ਛਲਕ ਗਿਆ, ਸਾਰੇ ਪੰਥ ਦੇ ਵਿੱਚ ਇੱਕ ਸੁਰਤਾ ਬਣ ਗਈ ਕਿ ਹੁਣ ਸਤਿਗੁਰਾਂ ਦਾ ਜਿਹੜਾ ਹੁਕਮ ਹੈ ਉਹਦੇ ਮੁਤਾਬਕ ਇਹਨਾਂ ਦੁਸ਼ਟਾਂ ਦਾ ਜਿਹੜਾ ਹੈ ਉਹ ਇਸ ਤਰ੍ਹਾਂ ਨਹੀਂ ਵੀ ਇਹ ਕੋਈ ਸਾਡੇ ਘਰ ਮਹਿਮਾਨ ਆਇਆ ਹੈ, ਇਹਦੀ ਮਹਿਮਾਨ ਨਿਵਾਜੀ ਕਰਨੀ ਹੈ। ਇਹ ਜਿਸ ਦੇ ਮੁਸਤਕਬਿਲ ਨੇ ਉਹ ਇਹਨਾਂ ਨੂੰ ਸਜ਼ਾ ਦਿੱਤੀ ਜਾਏ। ਤੋ ਜਿਸ ਪ੍ਰਕਾਰ ਆਪਾਂ ਹੁਣ ਵੇਖਦੇ ਹਾਂ ਕਿ ਜਿਨ੍ਹਾਂ ਨੇ, ਭਾਵੇਂ ਉਹ ਮੱਸਾ ਰੰਗੜ ਸੀ, ਭਾਵੇਂ ਅਬਦਾਲੀ ਸੀ, ਭਾਵੇਂ ਇੰਦਰਾ ਗਾਂਧੀ ਸੀ, ਜਿਨ੍ਹੇ ਦਰਬਾਰ ਸਾਹਿਬ ਵੱਲ ਕੈਰੀ ਨਿਗਾਹ ਕੀਤੀ, ਸਾਧ ਸੰਗਤ ਜੀ, ਗੁਰੂ ਖਾਲਸੇ ਪੰਥ ਦੇ ਵੀਰ ਰਸ ਨੇ, ਗੁਰੂ ਖਾਲਸੇ ਪੰਥ ਦੀ ਗੈਰਤ ਨੇ ਅੰਗੜਾਈ ਲਈ ਤੇ ਉਹਨਾਂ ਦੁਸ਼ਟਾਂ ਦਾ ਨਾਸ ਕੀਤਾ ਹੈ। ਇਸ ਲਈ ਇਹ ਤਾਂ ਬੇਨਤੀ ਕਰ ਰਹੇ ਹਾਂ ਕਿ ਆਪਾਂ ਨੂੰ ਇਸ ਗੱਲ ਦਾ ਪਤਾ ਹੋਵੇ ਕਿ ਪੰਥ ਨਿਮਰਤਾ ਵੀ ਅੱਤ ਦੀ ਵਿਖਾਉਂਦਾ ਹੈ, ਤੇ ਪੰਥ ਜਦੋਂ ਵੀਰਤਾ ਵਿਖਾਉਣ ਤੇ ਆਵੇ ਇਹਦਾ ਵੀ ਸਿਖਰ ਕਰ ਦਿੰਦਾ ਹੈ। ਗੁਰਮੁਖੋ, ਧੰਨ ਭਾਈ ਗੁਰਦਾਸ ਜੀ ਇਹਨੂੰ ਪ੍ਰਿਥੀ ਚੰਦ ਨੂੰ ਸਮਝਾ ਰਹੇ ਨੇ, ਤੇ ਪ੍ਰਿਥੀ ਚੰਦ ਇਹ ਅੱਗੋਂ ਵੇਰਦਾ ਹੈ, ਸੋਚਦਾ ਹੈ ਵੀ ਮੇਰੇ ਤੋਂ ਡਰੀ ਜਾਂਦੇ ਨੇ ਖਣੀ, ਇਹ ਮੇਰੇ ਤੋਂ ਘਬਰਾ ਗਏ ਨੇ, ਇਹਨਾਂ ਨੂੰ ਮੇਰੇ ਤੋਂ ਭੈ ਲੱਗਣ ਲੱਗ ਪਿਆ ਹੈ। ਇਸ ਕਰਕੇ ਕਹਿਣ ਲੱਗਾ, ਹੁਣ ਮੈਨੂੰ ਮਨਾਉਣ ਆ ਗਏ ਹੋ, ਪਹਿਲਾਂ ਮੈਨੂੰ ਸ਼ਹਿਰ ਅੰਮ੍ਰਿਤਸਰ ਵਿੱਚੋਂ ਕੱਢ ਦਿੱਤਾ ਤੇ ਸਾਰਾ ਸ਼ਹਿਰ ਕੱਲਿਆਂ ਨੇ ਮੱਲ ਲਿਆ, ਹੁਣ ਮੈਨੂੰ ਮਨਾਉਣ ਆਏ ਹੋ, ਤੇ ਹੁਣ ਤੁਹਾਡੇ ਮਨਾਉਣ ਦੇ ਉੱਤੇ ਮੈਂ ਕੰਨ ਨਹੀਂ ਧਰਦਾ।
ਮੈਂ ਤੁਹਾਡੇ ਬਚਨਾਂ ਨੂੰ ਭੋਰਾ ਜਿੰਨਾ ਵੀ ਸੰਜੀਦਾ ਨਹੀਂ ਲੈਂਦਾ। ਪ੍ਰਥਮ ਨਿਕਾਸਿਓ ਪੁਰੀ ਤੇ ਉਤਸਾਹ ਵਧਾਵਾ। ਪਹਿਲਾਂ ਬੜੇ ਉਤਸ਼ਾਹ ਵਿੱਚ ਆ ਕੇ ਮੈਨੂੰ ਪੁਰੀ ਤੋਂ ਕੱਢ ਦਿੱਤਾ, ਮੈਨੂੰ ਸ਼ਹਿਰ ਅੰਮ੍ਰਿਤਸਰ ਦੇ ਵਿੱਚੋਂ ਕੱਢ ਦਿੱਤਾ। ਆਬਲੋ ਤੁਮਕੋ ਨਹਿ ਲਗੀ ਵਾਯੂ ਕਸ਼ ਤਾਤੀ। ਤੇ ਅਜੇ ਤੱਕ ਤੁਹਾਨੂੰ ਠੰਡ ਨਹੀਂ ਪਈ, ਜਿਹੜਾ ਹੋਰ ਮੇਰੀ ਬੇਇੱਜ਼ਤੀ ਕਰਨ ਆ ਗਏ ਹੋ। ਪ੍ਰਿਥੀ ਚੰਦ ਕਹਿਣ ਲੱਗਾ ਕਿ ਅਜੇ ਵੀ ਤੁਹਾਨੂੰ ਠੰਡ ਨਹੀਂ ਪਈ ਲੱਗਦਾ। ਗਰਬਤ ਬੈਠਿਓ ਸਦਨ ਮਹਿ ਕਰ ਸੀਤਲ ਛਾਤੀ। ਧੰਨ ਗੁਰੂ ਅਰਜਨ ਦੇਵ ਜੀ ਬਾਰੇ ਇਹ ਪ੍ਰਿਥੀਆ ਮੰਦ ਬੋਲ ਬੋਲਣ ਲੱਗਾ, ਕਹਿਣ ਲੱਗਾ ਗੁਰੂ ਅਰਜਨ ਦੇਵ ਬੜੇ ਹੰਕਾਰ ਵਿੱਚ ਆਪਣੇ ਘਰ ਵਿੱਚ, ਹੁਣ ਤਾਂ ਛਾਤੀ ਵਿੱਚ ਠੰਡ ਪੈ ਗਈ ਆ ਨਾ ਸੀਨੇ ਵਿੱਚ, ਤੇ ਹੁਣ ਬੈਠ ਗਏ ਹਨ। ਪ੍ਰਿਥੀ ਅਨਾਦਰ ਪ੍ਰਿਥਿਆ ਸੁਲਹੀ ਮਿਲ ਬੀਜੰ। ਇਹ ਇੱਕ ਅਲੰਕਾਰ ਹੈ ਜਿਹਨੂੰ ਅਰਥ ਅਲੰਕਾਰ ਕਹਿੰਦੇ ਨੇ। ਸਾਧ ਸੰਗਤ ਜੀ, ਪ੍ਰਿਥੀ ਚੰਦ ਕਹਿਣ ਲੱਗਾ ਕਿ ਮੇਰੀ ਜਿਹੜੀ ਬੇਇੱਜ਼ਤੀ ਹੋਈ ਹੈ ਨਾ ਤੁਸਾਂ ਕੀਤੀ ਹੈ, ਇਹਨੂੰ ਧਰਤੀ ਦੇ ਸਮਾਨ ਜਾਣ ਲੈਣਾ ਕਰੋ। ਤੇ ਜਿਹੜਾ ਸੁਲਹੀ ਖਾਂ ਦੇ ਨਾਲ ਮੇਰਾ ਮਿਲਾਪ ਹੋ ਗਿਆ, ਇਹ ਸਮਝ ਲਓ ਕਿ ਇਸ ਧਰਤੀ ਦੇ ਵਿੱਚ ਬੀਜ ਪੈ ਗਿਆ ਹੈ। ਲੱਗਿਓ ਜੋ ਤਾਲ ਪ੍ਰਤਾਪ ਭਾ ਇਹ ਸਿੰਚਨ ਕੀਜੰ। ਇਹ ਜਿਹੜਾ ਤਾਲ ਲਾਇਆ ਹੈ ਮੈਂ, ਤੇ ਇਹ ਮੈਂ ਆਪਣਾ ਡੇਰਾ ਬਣਾਇਆ, ਦਰਬਾਰ ਬਣਾਇਆ। ਇਹਨੂੰ ਇਉਂ ਸਮਝ ਲਓ ਕਿ ਜਿਵੇਂ ਧਰਤੀ ਤੇ ਧਰਤੀ ਦੇ ਵਿੱਚ ਬੀਜ ਪੈਣ ਤੋਂ ਬਾਅਦ ਪਾਣੀ ਲਾਇਆ ਜਾਵੇ, ਇਹ ਪਾਣੀ ਲੱਗ ਗਿਆ ਹੈ ਇਸ ਧਰਤੀ ਨੂੰ। ਦਿੱਲੀ ਕੋ ਜਬ ਗਮਨ ਹਵੈ ਤਰਵਰ ਉਗਵੈ ਹੈ। ਤੇ ਜਦੋਂ ਮੈਂ ਦਿੱਲੀ ਨੂੰ ਤੁਰ ਪਵਾਂਗਾ, ਸਮਝ ਲਓ ਕਿ ਇਹਦੇ ਵਿੱਚੋਂ ਦੁਸ਼ਮਣੀ ਦਾ ਬੂਟਾ ਪੈਦਾ ਹੋ ਜਾਵੇਗਾ। ਜਹਾਂਗੀਰ ਸੋ ਮੇਲ ਮਮ ਉੱਚੋ ਵੱਧ ਜੈ ਹੈ। ਤੇ ਜਿਹੜਾ ਉੱਥੇ ਜਾ ਕੇ ਮੇਲ ਮਿਲਾਪ ਕਰਨਾ ਹੈ ਨਾ ਬਾਦਸ਼ਾਹ ਦੇ ਨਾਲ, ਸਮਝ ਲਓ ਕਿ ਇਹ ਬੂਟਾ ਵੱਡਾ ਹੋ ਕੇ ਰੁੱਖ ਬਣ ਜਾਵੇਗਾ। ਜਬ ਮੈਂ ਕਰੋ ਪੁਕਾਰ ਤਿਸ ਕੁਸਮਨ ਜੁਤ ਫੂਲੇ। ਤੇ ਜਦੋਂ ਮੈਂ ਬਾਦਸ਼ਾਹ ਨੂੰ ਪੁਕਾਰ ਕਰਾਂਗਾ, ਆਪਣੀ ਗੱਲ ਉਹਦੇ ਨਾਲ ਸਾਂਝੀ ਕਰਾਂਗਾ, ਤੇ ਸਮਝ ਲਓ ਇਸ ਰੁੱਖ ਨੂੰ ਫਿਰ ਫੁੱਲ ਲੱਗਣ ਲੱਗ ਪਏ, ਡੋਡੀਆਂ ਲੱਗ ਗਈਆਂ ਹਨ। ਰਿਸਹੇ ਸ਼ਾਹੇ ਬੜ ਗੰਧ ਹੋਏ ਮਮ ਪੱਖ ਸੋ ਝੂਲਾ। ਤੇ ਜਦੋਂ ਬਾਦਸ਼ਾਹ ਬਹੁਤ ਕ੍ਰੋਧ ਵਿੱਚ, ਬੜੇ ਗੁੱਸੇ ਦੇ ਵਿੱਚ ਆ ਜਾਏਗਾ, ਉਹਨੂੰ ਸਮਝ ਲਓ ਕਿ ਇਹ ਗੰਧ ਹੈ, ਇਹ ਸੁਗੰਧੀ ਹੈ, ਉਹਨਾਂ ਫੁੱਲਾਂ ਦੇ ਵਿੱਚੋਂ ਫੈਲਣ ਲੱਗ ਪਈ। ਤੇ ਜਦੋਂ ਮੇਰੇ ਪੱਖ ਵਿੱਚ ਹੁਕਮ ਜਾਰੀ ਕਰੇਗਾ, ਸਮਝ ਲਓ ਕਿ ਇਹ ਝੂਲਣ ਲੱਗ ਪਈ ਹੈ ਮੇਰੇ ਹੱਕ ਦੇ ਵਿੱਚ। ਜਿਹੜਾ ਬਾਦਸ਼ਾਹ ਨੇ ਫਰਮਾਨ ਕੀਤਾ, ਇਹ ਦੁਸ਼ਮਣੀ ਦੇ ਦਰਖਤ ਦੇ ਫੁੱਲ ਝੂਲਣ ਲੱਗ ਪਏ। ਅਰਜਨ ਕੋ ਮੰਗਵਾਏ ਗਹਿ ਫਲ ਲਗਹਿ ਭਾਰੂ। ਤੇ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਮੰਗਵਾਉਣ ਦਾ ਹੁਕਮ ਹੋ ਜਾਏਗਾ, ਵੀ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਮੰਗਵਾ ਲਏਗਾ ਬਾਦਸ਼ਾਹ, ਤਾਂ ਜਾਣਾਂਗਾ ਦੁਸ਼ਮਣੀ ਦੇ ਦਰਖਤ ਨੂੰ ਫਲ ਲੱਗ ਗਏ ਹਨ। ਮੈਂ ਗੁਰਤਾ ਤਬ ਲੈ ਹਾਂ ਇਹ ਪੱਕ ਹੈ ਚਾਰੂ। ਇਹ ਇਸ ਕਰਕੇ ਨਾ, ਜਦੋਂ ਗੁਰਤਾ ਗੱਦੀ ਮੈਨੂੰ ਪ੍ਰਾਪਤ ਹੋ ਜਾਵੇਗੀ, ਸਮਝ ਲਓ ਕਿ ਦੁਸ਼ਮਣੀ ਦੇ ਦਰਖਤ ਨੂੰ ਫਲ ਜਿਹੜਾ ਲੱਗਾ ਸੀ ਉਹ ਪੱਕ ਗਿਆ ਹੈ। ਚਾਹੋਂ ਦੇਸ਼ ਕੀ ਸੰਗਤ ਮਹਾ ਅਰਪ ਹੈ ਧਨ ਆਈ। ਚਾਰ ਚਫੇਰੇ ਤੋਂ ਸੰਗਤ ਜਦੋਂ ਆ ਕੇ ਮੈਨੂੰ ਧਨ ਭੇਟਾ ਕਰਕੇ ਮੱਥਾ ਟੇਕਣ ਲੱਗ ਪਵੇਗੀ। ਪਸਰ ਹੈ ਜਸ ਸਭ ਜਗਤ ਮਹਿ ਹੋਏ ਵੱਡ ਵਡਿਆਈ। ਤੇ ਸਾਰੇ ਜਗਤ ਦੇ ਵਿੱਚ ਮੇਰੀ ਵਡਿਆਈ ਫੈਲ ਜਾਵੇਗੀ, ਮੇਰਾ ਜਸ ਜਦੋਂ ਪਸਰ ਜਾਵੇਗਾ। ਇਹ ਫਲ ਲੈਬੀ ਹਿਤ ਮੈਂ ਕਰ ਰਹਿਓ ਉਪਾਉ। ਇਹ ਫਲ ਪ੍ਰਾਪਤ ਕਰਨ ਲਈ ਮੈਂ ਇਹ ਸਾਰੇ ਉਪਾਵ ਕਰਦਾ ਪਿਆ ਹਾਂ। ਹੇ ਭਾਈ ਗੁਰਦਾਸ ਸੁਣ ਲੈ। ਤਬ ਜਾਣੋਗੇ ਤੁਮ ਹਿਰਦੈ ਜਬ ਮੈਂ ਕਰ ਪਾਉ। ਤੁਹਾਨੂੰ ਉਦੋਂ ਪਤਾ ਲੱਗੇਗਾ ਜਦੋਂ ਮੈਂ ਇਹ ਦੁਸ਼ਮਣੀ ਦਾ ਬੂਟਾ ਜਿਹੜਾ ਬੀਜ ਦਿੱਤਾ ਹੈ,
ਇਹ ਵੱਡਾ ਹੋ ਕੇ ਜਦੋਂ ਇਹਨੂੰ ਫਲ ਲੱਗਣਗੇ, ਆਪ ਤੇਹੀ ਲਾਗਿਓ ਡਰਨ, ਸੰਗ ਮਿਲਿਓ ਨਾ ਸ਼ਾਹੂ। ਹੰਕਾਰ ਵਿੱਚ ਆ ਕੇ ਕਹਿੰਦਾ ਹੈ ਅਜੇ ਤੇ ਮੈਂ ਬਾਦਸ਼ਾਹ ਨੂੰ ਮਿਲਿਆ ਹੀ ਨਹੀਂ, ਉਹ ਤੁਸੀਂ ਤੇ ਪਹਿਲਾਂ ਹੀ ਡਰ ਗਏ ਹੋ ਮੇਰੇ ਕੋਲੋਂ। ਮਿਟ ਹੈ ਬਾਤ ਮੈਂ ਗੁਰ ਰਹਾ, ਜਾਤੀ ਪਠ ਪਾਹੂ। ਮੈਂ ਬਾਦਸ਼ਾਹ ਦੇ ਕੋਲ ਜਾਵਾਂਗਾ ਤੇ ਗੁਰਤਾ ਗੱਦੀ ਖੋਹ ਲਵਾਂਗਾ, ਇਸ ਡਰ ਕਰਕੇ ਗੁਰੂ ਅਰਜਨ ਦੇਵ ਡਰ ਗਿਆ ਹੈ। ਇਹ ਪਿਰਥੀ ਚੰਦ ਕਹਿੰਦਾ, ਗੁਰੂ ਅਰਜਨ ਦੇਵ ਮਹਾਰਾਜ ਜੀ ਬਾਰੇ ਕਹਿੰਦਾ ਡਰ ਗਏ ਨੇ, ਤੇ ਉਹ ਘਬਰਾਏ ਹੋਏ ਕਹਿੰਦੇ ਨੇ ਕਿਤੇ ਪਿਰਥੀ ਚੰਦ ਗੁਰਿਆਈ ਖੋ ਕੇ ਲੈ ਨਾ ਲਵੇ, ਮੈਂ ਗੁਰੂ ਬਣਿਆ ਰਵਾਂ, ਇਸ ਲਈ ਮੇਰੇ ਨਾਲ ਸੁਲਾਹ ਕਰਨੀ ਚਾਹੁੰਦੇ ਹਨ। ਏਵ ਨਹੀਂ ਕੁਛ ਲੇਵ ਹਾਂ, ਛਲ ਤੁਮਨੇ ਠਾਨਾ। ਕਹਿੰਦਾ ਹੁਣ ਐਦਾਂ ਨਹੀਂ ਮੈਂ ਲੈਂਦਾ, ਤੁਹਾਡੇ ਕੋਲੋਂ ਮੰਗ ਕੇ ਕੁਛ ਨਹੀਂ ਲਵਾਂਗਾ, ਤੁਹਾਡਾ ਦਿੱਤਾ ਹੋਇਆ ਨਹੀਂ ਲਵਾਂਗਾ, ਹੁਣ ਤਾਂ ਖੋ ਕੇ ਲੈਣਾ ਹੈ, ਝਗੜਾ ਕਰਕੇ ਲੈਣਾ ਸਾਰਾ ਕੁਛ। ਸੰਕਟ ਭੋਗੋਗੇ ਬੜੇ, ਤਬ ਮੈਂ ਸੁਖ ਮਾਨਾ। ਜਦੋਂ ਗੁਰੂ ਅਰਜਨ ਦੇਵ ਜੀ ਦੇ ਸਮੇਤ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਸ੍ਰੀ ਹਰਗੋਬਿੰਦ ਸਾਹਿਬ ਜੀ, ਕਹਿੰਦਾ ਤੁਸੀਂ ਸਾਰੇ ਸੰਕਟ ਭੋਗੋਗੇ ਨਾ, ਮੁਸੀਬਤ ਵਿੱਚ ਪਾਓਗੇ, ਪਿਰਥੀ ਚੰਦ ਕਹਿੰਦਾ ਫੇਰ ਮੈਨੂੰ ਸੁੱਖ ਮਿਲੇਗਾ। ਬਿਨਾ ਦਿਏ ਤੁਮ ਕਸ਼ਟ ਕੋ, ਪੈ ਹਾਂ ਜਗ ਰਾਜੂ। ਤੇ ਬਿਨਾ ਕੁਛ ਦਿੱਤੇ ਹੀ ਤੁਸੀਂ ਚਾਹੁੰਦੇ ਹੋ ਕਿ ਕਸ਼ਟ ਤੋਂ ਬਚ ਜਾਈਏ, ਪਰ ਮੈਂ ਗੁਰਤਾ ਗੱਦੀ ਲੈ ਬਗੈਰ ਮੰਨਣਾ ਨਹੀਂ, ਤੇ ਤੁਹਾਨੂੰ ਕਸ਼ਟ ਦਵਾਏ ਬਗੈਰ ਰਹਿਣਾ ਨਹੀਂ ਹੈ। ਹੋਏ ਨਾ ਮੋਹੇ ਪ੍ਰਸੰਨਤਾ, ਸੋ ਨਹਿ ਕਿਛ ਕਾਜੂ। ਜਿੰਨਾ ਚਿਰ ਤੁਹਾਨੂੰ ਦੁੱਖ ਨਹੀਂ ਨਾ ਦਵਾਉਂਦਾ, ਪਿਰਥੀ ਚੰਦ ਕਹਿੰਦਾ ਮੈਨੂੰ ਠੰਡ ਨਹੀਂ ਪੈਣੀ, ਮੇਰੇ ਮਨ ਨੇ ਪ੍ਰਸੰਨ ਨਹੀਂ ਹੋਣਾ, ਤੁਹਾਨੂੰ ਦੁੱਖ ਦਵਾ ਕੇ ਹੀ ਖੁਸ਼ ਹੋਵਾਂਗਾ। ਕੋਟ ਜਤਨ ਜੇ ਕਰੋਗੇ, ਨਹਿ ਮਿਟਹਿ ਉਪਾਦਾ। ਤੁਸੀਂ ਭਾਵੇਂ ਕਰੋੜਾਂ ਵੀ ਯਤਨ ਗੁਰੂ ਅਰਜਨ ਦੇਵ ਜੀ ਕਰੀ ਜਾਓ, ਪਿਰਥੀ ਚੰਦ ਕਹਿੰਦਾ ਮੈਂ ਝਗੜਾ ਨਹੀਂ ਮੁਕਾਉਣਾ ਹੁਣ। ਗੁਰਤਾ ਲਿਓ ਪ੍ਰੰਤ ਸੁਣ, ਦੇ ਅਰਜਨ ਬਾਦਾ। ਤੇ ਗੁਰਤਾ ਗੱਦੀ ਵੀ ਲਵਾਂਗਾ, ਤੇ ਗੁਰੂ ਅਰਜਨ ਦੇਵ ਜੀ ਨੂੰ ਬਣਾ ਕੇ ਕੈਦ ਕਰਵਾ ਕੇ ਤਸੀਹੇ ਦਵਾਵਾਂਗਾ। ਸੁਣ ਕੈ ਪੁਨ ਗੁਰਦਾਸ ਨੇ, ਕਰ ਜੋਰ ਬਖਾਨਾ। ਅੱਗੋਂ ਭਾਈ ਗੁਰਦਾਸ ਜੀ ਨੇ ਹੋਰ ਨਿਮਰਤਾ ਵਿਖਾਈ ਤੇ ਹੱਥ ਜੋੜ ਕੇ ਆਖਿਆ ਹੈ, ਰਾਮਦਾਸ ਗੁਰ ਏਕ ਕੇ, ਨੰਦਨ ਮਤਵਾਨਾ। ਇਹ ਪਿਰਥੀ ਚੰਦ ਤੁਸੀਂ ਤਿੰਨੇ ਹੀ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪੁੱਤਰ ਹੋ ਭਾਈ। ਤਿਨਹੁ ਭਰਾਤਾ ਮਿਲੋ ਅਬ, ਸੁਖ ਸਭ ਹੀ ਲੈ ਹੋ। ਇਸ ਕਰਕੇ ਤਿੰਨੇ ਭਰਾ ਮਿਲ ਕੇ ਚੱਲੋ, ਗੁਰੂ ਅਰਜਨ ਦੇਵ ਜੀ ਦੀ ਛਤਰ ਛਾਇਆ ਦੇ ਵਿੱਚ ਹੋ ਕੇ ਚੱਲੋ, ਤਾਂ ਤੁਹਾਨੂੰ ਦੁਨੀਆ ਦੇ ਸਾਰੇ ਸੁੱਖ ਪ੍ਰਾਪਤ ਹੋ ਜਾਣਗੇ। ਨਹੀਂ ਪਦਾਰਥ ਕੀ ਕਮੀ, ਰਲ ਮਿਲ ਕੇ ਖੈ ਹੋ। ਗੁਰੂ ਰਾਮਦਾਸ ਜੀ ਦੇ ਘਰ ਤਾਂ ਕੋਈ ਬਗਾਨਾ ਦੁਸ਼ਮਣ ਵੈਰੀ ਵੀ ਆ ਜਾਵੇ, ਉਹ ਨਹੀਂ ਭੁੱਖਾ ਮਰਦਾ। ਇਹ ਹੈ ਗੁਰੂ ਨਾਨਕ ਦੇ ਘਰ ਦੀ ਵਡਿਆਈ। ਸਾਧ ਸੰਗਤ ਜੀ, ਇਹ ਸਿੱਖ ਕਿਸੇ ਤੇ ਸਾਨ ਨਹੀਂ ਕਰਦਾ, ਇਹ ਗੁਰੂ ਨਾਨਕ ਦੇ ਘਰ ਦਾ ਅਸੂਲ ਹੀ ਇਹ ਹੈ। ਤੇ ਜਿਹੜਾ ਇਹਨੂੰ ਮੰਨਣ ਤੋਂ ਇਨਕਾਰੀ ਹੋਵੇਗਾ ਉਹ ਸਿੱਖ ਨਹੀਂ ਹੋ ਸਕਦਾ ਕਦੇ। ਕੀ ਅਸੂਲ ਹੈ? ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਦੇਗ ਤਿਆਰ ਹੋਈ ਤੇ ਸਿੰਘਾਂ ਨੇ ਜੰਗਲ ਦੇ ਵਿੱਚ ਬੈਠਿਆਂ ਨੇ ਹੋਕਾ ਦਿੱਤਾ। ਬੜੇ ਦਿਨਾਂ ਬਾਅਦ ਅੱਜ ਲੰਗਰ ਪੱਕਾ ਸੀ, ਹੋਕਾ ਦਿੰਦੇ ਨੇ ਭਾਈ ਗੁਰੂ ਕਾ ਲੰਗਰ ਤਿਆਰ ਹੋਇਆ, ਕੋਈ ਛਕਣ ਵਾਲਾ ਹੋਵੇ ਤੇ ਆ ਜਾਓ। ਤੇ ਉਸ ਵੇਲੇ ਕੋਈ ਦੁਸ਼ਮਣ, ਕੋਈ ਵੈਰੀ ਸਨ, ਮੁਗਲਾਂ ਦੇ ਸਿਪਾਹੀ ਜਿਨ੍ਹਾਂ ਨਾਲ ਜੰਗਾਂ ਚੱਲ ਰਹੀਆਂ ਸੀ, ਉਹ ਆ ਗਏ। ਉਹ ਆ ਕੇ ਕਹਿਣ ਲੱਗੇ ਅਸੀਂ ਭੁੱਖੇ ਹਾਂ, ਤੇ ਸਿੰਘਾਂ ਨੇ ਸ਼ਸਤਰ ਆਪਣੇ ਮਿਆਨ ਵਿੱਚ ਕਿਰਪਾਨਾਂ ਪਾਲੀਆਂ ਹੋਈਆਂ ਨੇ, ਤੇ ਹੱਥ ਬੰਨ ਕੇ ਕਹਿੰਦੇ ਨੇ ਇੱਥੇ ਨਾ ਤੁਸੀਂ ਸਾਡੇ ਦੁਸ਼ਮਣ, ਨਾ ਅਸੀਂ ਤੁਹਾਡੇ ਦੁਸ਼ਮਣ। ਇਹ ਹੈ ਗੁਰੂ ਨਾਨਕ ਦਾ ਲੰਗਰ, ਜਿਹੜਾ ਵੀ ਪ੍ਰਾਣੀ ਆਵੇਗਾ ਉਹਨੂੰ ਹੀ ਛਕਾਉਣਾ ਹੈ, ਇਹ ਤੇ ਸਾਡਾ ਕੋਈ ਦੁਸ਼ਮਣ ਨਹੀਂ। ਉਹ ਬਹਿ ਗਏ। ਜਦੋਂ ਲੰਗਰ ਛਕਾਇਆ, ਦਾਲ ਫੁਲਕਾ ਉਹਨਾਂ ਨੇ ਛਕ ਲਿਆ ਰੱਜ ਰੱਜ ਕੇ, ਲੰਗਰ ਵਾਧੇ ਪੈ ਗਿਆ, ਸਮਾਪਤ ਹੋ ਗਿਆ। ਤੇ ਸਿੰਘਾਂ ਨੇ ਜਿਨ੍ਹਾਂ ਨੇ ਤਿਆਰ ਕੀਤਾ ਸੀ ਉਹਨਾਂ ਜੋਗਾ ਬਚਿਆ ਹੀ ਨਾ। ਤੋ ਇੱਕ ਦੂਜੇ ਵੱਲ ਵੇਖਿਆ, ਪੁੱਛਿਆ
ਤੋ ਜਿਹੜੇ ਜਥੇਦਾਰ ਜੀ ਨੇ ਉਹਨਾਂ ਨੇ ਆਖਿਆ ਗੁਰੂ ਕਾ ਲੰਗਰ ਮਸਤਾਨਾ ਹੋ ਗਿਆ ਹੈ ਤੇ ਖਾਲਸਾ ਫੌਜਾਂ ਅੱਜ ਫੇਰ ਕੜਾਕਾ ਕੱਟਣ ਗਈਆਂ, ਅੱਜ ਫੇਰ ਫਾਕੇ ਹੀ ਚੱਲਾਂਗੇ। ਐਸਾ ਹੈ ਗੁਰੂ ਨਾਨਕ ਦੇ ਘਰ ਦਾ ਸਾਧ ਸੰਗਤ ਜੀ ਅਸੂਲ। ਦੇਤ ਆਵਾਜ਼ਾ ਭੂਖਾ ਕੋਈ, ਆਵੋ ਦੇਗ ਤਿਆਰ ਗੁਰ ਹੋਈ। ਉਸ ਸਮੇਂ ਵੈਰੀ ਕਿਮ ਆਵੈ, ਪਰਮ ਮੀਤ ਕਰ ਤਾਹੇ ਛਕਾਵੈ। ਪਾਛੈ ਬਚੈ ਤਾਂ ਆਪ ਖਲੈ ਹੈ, ਨਾਹੇ ਤਾਂ ਲੰਗਰ ਮਸਤ ਬਤੈ ਹੈ। ਇਹ ਹੈ ਗੁਰੂ ਨਾਨਕ ਦਾ ਘਰ। ਪਰ ਚੇਤਾ ਰੱਖਣਾ, ਜੇ ਇਸੇ ਘਰ ਦੇ ਵਿੱਚ ਕੋਈ ਬੁਰੀ ਨੀਅਤ ਲੈ ਕੇ ਆ ਕੇ ਕਵੇ ਕਿ ਇਸ ਘਰ ਦੇ ਇਲਾਹੀ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਮਾਨ ਸਨਮਾਨ, ਉਹਨਾਂ ਤੇ ਪ੍ਰਸ਼ਨ ਚਿੰਨ੍ਹ ਲਾ ਦਿਆਂ, ਖਾਲਸੇ ਪੰਥ ਦੀ ਅਣਖ ਤੇ ਗੈਰਤ ਨੂੰ ਰੌਂਦ ਦਿਆਂ, ਤੇ ਜਿਹੜੇ ਹੱਥ ਵਿੱਚ ਕੜਛੀ ਹੈ ਨਾ, ਇਸੇ ਹੱਥ ਦੇ ਵਿੱਚ ਤੇਗ ਆਉਣ ਲੱਗਿਆਂ ਵੀ 1 ਸਕਿੰਟ ਵੀ ਨਹੀਂ ਜੇ ਲੱਗਦਾ। ਫਿਰ ਦਾਸ ਨੇ ਅੱਗੇ ਕਈ ਵਾਰਾਂ ਬੇਨਤੀ ਕੀਤੀ, ਅੱਜ ਦਾ ਸਮਾਜ, ਅੱਜ ਦਾ ਵਰਲਡ ਸਿੱਖ ਕੋਲੋਂ ਕੀ ਚਾਹੁੰਦਾ ਹੈ? ਉਹ ਕਹਿੰਦੇ ਬਾਬਾ ਜੀ ਜਦੋਂ ਤੁਹਾਡੇ ਹੱਥ ਵਿੱਚ ਦੇਗ ਹੁੰਦੀ ਹੈ ਨਾ, ਕੜਛੀ ਹੁੰਦੀ ਹੈ, ਉਦੋਂ ਤੁਸੀਂ ਬੜੇ ਚੰਗੇ ਲੱਗਦੇ ਹੋ, ਤੇ ਇਹ ਜਿਹੜੀ ਤੇਗ ਹੈ ਇਹ ਤੁਸੀਂ ਕਿਤੇ ਲੁਕੋ ਦਿਓ, ਕਿਤੇ ਸੁੱਟ ਦਿਓ ਸਮੁੰਦਰ ਵਿੱਚ, ਕੱਲੀ ਦੇਗ ਲੈ ਕੇ ਆਓ। ਖਿਮਾ ਕਰਨਾ, ਇਹ ਪੈਕੇਜ ਇਕੱਠਾ ਹੀ ਮਿਲਣਾ ਹੈ। ਜੇ ਦੇਗ ਵਾਲਾ ਚੰਗਾ ਲੱਗਦਾ ਤੇ ਤੇਗ ਇਹਨੇ ਕਿਤੇ ਸੁੱਟ ਨਹੀਂ ਆਉਣੀ, ਇਹਦੇ ਗਾਤਰੇ ਹੀ ਰਹਿਣੀ ਹੈ। ਤੇ ਜੇ ਤੇਗ ਵਾਲਾ ਨਹੀਂ ਨਾ ਚੰਗਾ ਲੱਗਦਾ ਤੇ ਫਿਰ ਦੇਗ ਵਾਲੇ ਪਾਸੇ ਤੋਂ ਵੀ ਮੂੰਹ ਵੱਟ ਲਾਓ, ਕਹੋ ਵੀ ਸਾਨੂੰ ਦੇਗ ਵੀ ਚੰਗੀ ਨਹੀਂ ਲੱਗਦੀ। ਇਹ ਤਾਂ ਇਕੱਠਾ ਪੈਕੇਜ ਹੀ ਹੈ। ਨਿਮਰਤਾ ਚੰਗੀ ਲੱਗੇ, ਵੀਰ ਰਸ ਨੂੰ ਆਖੋ, ਇਹ ਨਹੀਂ ਹੋਣਾ ਚਾਹੀਦਾ। ਗੁਰਮੁਖੋ, ਇਹ ਤਾਂ 2 ਧਾਰਾ ਖੰਡਾ ਹੈ। ਇਹਨੂੰ ਕੋਈ ਆਖੇ ਅੱਧ ਚੋਂ ਚੀਰ ਕੇ ਇੱਕ ਪਾਸਾ ਰੱਖ ਲਈਏ ਤੇ ਇੱਕ ਸੁੱਟ ਦਈਏ, ਇਹ ਕਦੇ ਮੁਮਕਿਨ ਨਹੀਂ ਜੇ ਹੋਣਾ। ਇਹ ਗੁਰੂ ਨੇ ਖਾਲਸਾ ਸਾਜਿਆ ਹੀ ਇਦਾਂ ਦਾ ਹੈ, ਸੰਤ ਦੇ ਨਾਲ ਨਾਲ ਸਿਪਾਹੀ ਵੀ ਰਹੇਗਾ, ਦੇਗ ਦੇ ਨਾਲ ਨਾਲ ਤੇਗ ਵੀ ਰਹੇਗੀ, ਇਹ ਤੇ ਨਿਮਰਤਾ ਦੇ ਨਾਲ ਨਾਲ ਅਣਖ ਤੇ ਗੈਰਤ ਵੀ ਰਹੇਗੀ। ਸੋ ਸਾਧ ਸੰਗਤ ਜੀ, ਸੁਚੇਤ ਰਿਹਾ ਕਰੀਏ। ਹਰ ਇੱਕ ਦੇ ਅੱਗੇ ਸਾਡਾ ਸਿਰ ਨਿਮਰਤਾ ਨਾਲ ਝੁਕਿਆ ਹੈ, ਪਰ ਜੇ ਕੋਈ ਪੱਗ ਨੂੰ ਹੱਥ ਪਾਉਣ ਲੱਗੇ ਫਿਰ ਲਿਹਾਜ਼ ਵੀ ਕੋਈ ਨਹੀਂ ਕਰਨਾ ਚਾਹੀਦਾ। ਹਰ ਇੱਕ ਦੇ ਨਾਲ ਮਿੱਠੇ ਬੋਲ, ਹਰ ਇੱਕ ਦੇ ਨਾਲ ਨਿਮਰਤਾ ਨਾਲ ਪੇਸ਼ ਆਉਣਾ, ਹਰ ਇੱਕ ਦੇ ਪੈਰੀਂ ਪੈਣਾ। ਤੇ ਜੇ ਕੋਈ ਕਵੇ ਮੈਂ ਤੁਹਾਡੇ ਸਿਰ ਤੇ ਪੈਰ ਧਰ ਦਿਆਂ, ਇਹ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈ। ਸੋ ਇਸ ਕਰਕੇ ਸਾਧ ਸੰਗਤ ਜੀ, ਭਾਈ ਗੁਰਦਾਸ ਸਾਹਿਬ ਜੀ ਸਮਝਾ ਰਹੇ ਨੇ ਤੇ ਉਹ ਅੱਗੋਂ ਵੇਰਦਾ ਜਾ ਰਿਹਾ। ਉਹ ਸਮਝਦਾ ਹੈ ਇਹਨਾਂ ਦੀ ਨਿਮਰਤਾ ਇਹਨਾਂ ਦੀ ਕਮਜ਼ੋਰੀ ਹੈ। ਉਹ ਸਮਝਦਾ ਹੈ ਇਹਨਾਂ ਦੀ ਦਰਿਆ ਦਿਲੀ, ਇਹਨਾਂ ਦੀ ਦਲੇਰੀ, ਇਹ ਇਹਨਾਂ ਦਾ ਨੈਗੇਟਿਵ ਪੁਆਇੰਟ ਹੈ। ਇਸ ਪ੍ਰਕਾਰ ਇਹ ਮੂਰਖ ਲੋਕ ਇਸ ਤਰ੍ਹਾਂ ਜਾਣਦੇ ਨੇ। ਸਾਧ ਸੰਗਤ ਜੀ, ਜਿਹੜਾ ਸਿਆਣਾ ਤੇ ਸਮਝਦਾਰ ਹੋਵੇ ਉਹ ਨਿਮਰਤਾ ਵਾਲੇ ਦੇ ਅੱਗੇ ਸਗੋਂ ਜ਼ਿਆਦਾ ਝੁਕਣਾ ਚਾਹੀਦਾ ਹੈ ਨਾ। ਨਿਮਰਤਾ ਦਾ ਮਤਲਬ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ ਵੀ ਕਮਜ਼ੋਰ ਹੈ ਤੇ ਝੁਕ ਜਾਓ। ਅਸਲ ਨਿਮਰਤਾ ਉਹ ਨਹੀਂ ਹੈ ਕਿ ਬੰਦਾ ਕਮਜ਼ੋਰ ਹੈ ਤੇ ਝੁਕ ਜਾਵੇ। ਅਸਲ ਨਿਮਰਤਾ ਹੈ ਹੀ ਉਹ ਸਾਹਮਣੇ ਵਾਲੇ ਨਾਲੋਂ ਦੁੱਗਣੀ ਤਾਕਤ ਦਾ ਮਾਲਕ ਹੋਵੇ ਤਾਂ ਵੀ ਉਹਦੇ ਅੱਗੇ ਸਿਰ ਝੁਕਾ ਦੇਵੇ। ਅਸਲ ਨਿਮਰਤਾ ਹੀ ਇਹ ਹੈ। ਪਰ ਜਦੋਂ ਕੋਈ ਇਸ ਨਿਮਰਤਾ ਨੂੰ ਕਮਜ਼ੋਰੀ ਜਾਣਨ ਲੱਗ ਪਵੇ ਤੇ ਫਿਰ ਫਰਜ਼ ਬਣ ਜਾਂਦਾ ਹੈ ਵੀ ਉਹਨੂੰ ਆਪਣੇ ਵੀਰ ਰਸ ਦੇ ਦਰਸ਼ਨ ਵੀ ਕਰਵਾ ਦਿੱਤੇ ਜਾਣ। ਤੀਨਹੁ ਮਹਿ ਕਿਹ ਕਸ਼ਟ ਹੋਏ, ਸਭ ਹੋ ਦੁਖਾਰੇ। ਮੇਰੇ ਪਾਤਸ਼ਾਹ ਜੀ, ਗਰੀਬ ਨਵਾਜ ਕਿਰਪਾਲੂ ਜੀ, ਸੱਚੇ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ, ਉਹ ਤਾਂ ਸੱਦਾ ਦਿੰਦੇ ਨੇ, ਆਓ ਆਪਾਂ ਮਿਲ ਕੇ ਬੈਠੀਏ, ਵਾਰਤਾਲਾਪ ਕਰੀਏ, ਗੱਲ ਕਰੀਏ ਤੇ ਝਗੜੇ ਮੁਕਾ ਦਈਏ। ਜੋ ਤੁਹਾਨੂੰ ਚਾਹੀਦਾ ਲੈ ਲਓ, ਜੋ ਚਾਹੀਦਾ ਹੈ। ਗੁਰੂ ਘਰ ਦੇ ਵਿੱਚ ਕੁਝ ਵੀ ਤੁਹਾਡੇ ਤੋਂ ਪਿਰਥੀ ਚੰਦ ਜੀ ਲੁਕੋਇਆ ਨਹੀਂ। ਪਰ ਪਿਰਥੀ ਚੰਦ ਕਹਿੰਦਾ ਹੈ ਵੀ ਮੈਂ ਤੁਹਾਡੇ ਕੋਲ ਕੁਝ ਨਹੀਂ ਰਹਿਣ ਦੇਣਾ। ਇਹ ਬਿਰਤੀ ਹੈ। ਉਹ ਕਹਿੰਦਾ ਹੈ ਮੇਰੇ ਕੋਲ ਤਾਂ ਠੀਕ ਬਹੁਤ ਕੁਝ ਹੈ ਤੇ ਮੈਨੂੰ ਦਿੰਦੇ ਵੀ ਹੋ, ਪਰ ਮੈਨੂੰ ਠੰਡ ਤਾਂ ਪਵੇਗੀ ਜੇ ਮੈਂ ਤੁਹਾਡੇ ਕੋਲ ਕੁਝ ਵੀ ਨਾ ਰਹਿਣ ਦੇਵਾਂ, ਸਭ ਕੁਝ ਹੀ ਤੁਹਾਡੇ ਕੋਲੋਂ ਖੋਹ ਲਵਾਂ।
ਇਸ ਤਰ੍ਹਾਂ ਦੀ ਬਿਰਤੀ ਪ੍ਰਿਥੀ ਚੰਦ ਨੇ ਬਣਾਈ ਹੋਈ। ਭਰਾਤ ਪਣੇ ਕੋ ਮੋਹ ਤਬ ਬਿਦਤਾਏ ਤੁਮਾਰੇ। ਮੇਰੇ ਪਾਤਸ਼ਾਹ ਜੀ ਨੇ ਆਖਿਆ, ਗੁਰੂ ਰਾਮਦਾਸ ਦੇ ਪੁੱਤਰ ਹੋ, ਵੱਡੇ ਭਰਾ ਹੋ, ਇਸ ਕਰਕੇ ਭਾਈ ਅਸੀਂ ਨਿਮਰਤਾ ਦੇ ਵਿੱਚ ਬੇਨਤੀ ਕਰਦੇ ਹਾਂ। ਭਾਈ ਗੁਰਦਾਸ ਜੀ ਦੇ ਦੁਆਰਾ ਇਹ ਬੇਨਤੀਆਂ ਗੁਰੂ ਅਰਜਨ ਦੇਵ ਜੀ ਕਰਦੇ ਹਨ। ਜਾਣ ਦੇਹੋ ਰਿਸ ਪਾਸ਼ਲੀ ਜਿਮ ਕਿਸ ਬਿਦ ਹੋਈ। ਭਾਈ ਗੁਰਦਾਸ ਜੀ ਨੇ ਕਿਹਾ, ਪ੍ਰਿਥੀ ਚੰਦਾ ਪਿਛਲੇ ਝਗੜੇ ਮੁਕਾ, ਪਿਛਲੇ ਝਗੜੇ ਭੁੱਲ ਜਾਂਦੇ ਆ, ਭੁੱਲ ਜਾਵਾਂਗੇ ਤੂੰ ਸਾਹਿਬਜ਼ਾਦੇ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ ਸੀ, ਭੁੱਲ ਜਾਵਾਂਗੇ ਤੂੰ ਗੁਰੂ ਅਰਜਨ ਦੇਵ ਜੀ ਦੇ ਬਾਬਤ ਨਿੰਦਾ ਕਰਦਾ ਰਿਹਾ ਹੈ, ਭੁੱਲ ਜਾਵਾਂਗੇ ਤੂੰ ਗੁਰੂ ਘਰ ਦੇ ਵਿੱਚੋਂ ਬੜੀਆਂ ਚੋਰੀਆਂ ਕੀਤੀਆਂ ਨੇ, ਸਭ ਕੁਝ ਭੁੱਲ ਜਾਵਾਂਗੇ। ਬਸ ਤੂੰ ਗੁੱਸਾ ਤਿਆਗ ਤੇ ਅੰਮ੍ਰਿਤਸਰ ਵਾਪਸ ਆ ਜਾ। ਕੋ ਜਾਣੇ ਕਿਨ ਬੁਰਾ ਕੀ ਪਰ ਹਰੀਏ ਸੋਈ। ਸਾਧ ਸੰਗਤ ਜੀ, ਸਤਿਗੁਰਾਂ ਨੇ ਆਖਿਆ ਤੇਰੀਆਂ ਸਾਰੀਆਂ ਬੁਰਾਈਆਂ ਹੀ ਮਾਫ, ਵਾਪਸ ਆ ਜਾ। ਖਾਲਸੇ ਦਾ ਸੁਭਾਅ ਐਸਾ ਹੀ ਹੈ। ਆਉਂਦੇ ਦਿਨਾਂ 'ਚ ਸ਼ਹੀਦੀ ਦਿਹਾੜਿਆਂ ਦੇ ਦੌਰਾਨ ਜ਼ਿਕਰ ਆਉਣਾ ਹੈ ਨਵਾਬ ਮਲੇਰ ਕੋਟਲੀਏ ਸ਼ੇਰ ਮੁਹੰਮਦ ਦਾ, ਤੇ ਕਈਆਂ ਨੂੰ ਸਾਨੂੰ ਪਤਾ ਹੀ ਨਹੀਂ ਹੈ, ਅਧੂਰੀ ਜਾਣਕਾਰੀ ਹੈ। ਅਸੀਂ ਸਮਝਦੇ ਹਾਂ ਵੀ ਜਿਹੜਾ ਮਲੇਰ ਕੋਟਲੀਆ ਨਵਾਬ ਸ਼ੇਰ ਮੁਹੰਮਦ ਖਾਨ ਸੀ, ਇਹ ਬੜਾ ਚੰਗਾ ਬੰਦਾ ਸੀ। ਮਾਫ ਕਰਨਾ ਜੀ, ਸੈਂਕੜੇ ਪਾਪ ਇਹਨੇ ਕੀਤੇ, ਸੈਂਕੜੇ ਅਵਗੁਣ ਕੀਤੇ, ਪਰ ਇੱਕ ਚੰਗਾ ਕੰਮ ਕਰ ਦਿੱਤਾ। ਇੱਕ ਚੰਗੇ ਕੰਮ ਨੇ ਇਹਦੇ ਸਾਰੇ ਹੀ ਪਾਪ ਧੋ ਦਿੱਤੇ ਸਨ। ਇਹਦੇ ਪਾਪ ਬੜੇ ਨੇ। ਇਹਨੇ ਬੜੇ ਮਾਸੂਮਾਂ ਦੇ ਕਤਲ ਕੀਤੇ, ਇਹਨੇ ਬੜਿਆਂ ਦੇ ਨਾਲ ਜ਼ੁਲਮ ਕੀਤਾ, ਇਹਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੁੱਧ ਬਹੁਤ ਜੰਗਾਂ ਦੇ ਵਿੱਚ ਫੌਜਾਂ ਭੇਜੀਆਂ। ਚਮਕੌਰ ਦੀ ਜੰਗ ਵਿੱਚ ਵੀ ਇਹਦੇ ਭਰਾਵਾਂ ਨੇ ਅੱਗੇ ਹੋ ਕੇ ਹਮਲਾ ਕੀਤਾ। ਇਤੋਂ ਤੱਕ ਜ਼ਿਕਰ ਮਿਲਦਾ ਇਹਦਾ ਸਭ ਤੋਂ ਘਿਨਾਉਣਾ ਪਾਪ ਇਹ ਸੀ ਕਿ ਸਰਸਾ ਦੀ ਲੜਾਈ ਦੇ ਵਿੱਚ ਗੁਰੂ ਘਰ ਦੀ ਇੱਕ ਸੇਵਕ ਸੀ ਬੀਬੀ, ਜਿਸ ਦਾ ਨਾਮ ਹੈ ਬੀਬੀ ਅਨੂਪ ਕੌਰ। ਇਹ ਬਹੁਤ ਖੂਬਸੂਰਤ ਅੰਦਰੋਂ ਵੀ ਤੇ ਬਾਹਰੋਂ ਵੀ, ਜਿੱਤੇ ਸਤਿਗੁਰਾਂ ਨੇ ਪਰਮੇਸ਼ਰ ਨੇ ਇਹਨੂੰ ਸੂਰਤ ਖੂਬਸੂਰਤ ਦਿੱਤੀ ਹੈ, ਉਤੇ ਇਸ ਬੀਬੀ ਦੀ ਸੀਰਤ, ਇਹਦਾ ਸੁਭਾਅ ਵੀ ਬੜਾ ਨੇਕ, ਬਾਣੀ ਤੇ ਬਾਣੇ ਦੀ ਧਾਰਨੀ। ਉਹ ਇਹਨਾਂ ਜ਼ਾਲਮਾਂ ਦੇ ਹੱਥ ਗ੍ਰਿਫਤਾਰ ਹੋ ਗਈ। ਹੋਰ ਵੀ ਬੜੇ ਸਿੱਖਾਂ ਦੇ ਨਾਲ ਇਹਦੀ ਨਿਗਾਹ ਪੈ ਗਈ। ਇਸ ਦੁਸ਼ਟ ਦਾ ਮਨ ਬੇਈਮਾਨ ਹੋਇਆ। ਇਹਨੇ ਉਸ ਬੀਬੀ ਨੂੰ ਪਕੜ ਕੇ ਆਪਣੇ ਮਹਿਲਾਂ 'ਚ ਮੰਗਵਾ ਲਿਆ। ਕਹਿਣ ਲੱਗਾ, ਇਸਲਾਮ ਕਬੂਲ ਕਰ ਲੈ, ਮੇਰੀ ਬੇਗਮ ਬਣ ਜਾ, ਬੜੀਆਂ ਸੁੱਖ ਸਹੂਲਤਾਂ ਦੇਵਾਂਗਾ। ਉਸ ਬੀਬੀ ਨੇ ਇਹਦੇ ਮੂੰਹ ਤੇ ਇਹਨੂੰ ਵੰਗਾਰ ਕੇ ਕਿਹਾ, ਕਮਜ਼ੋਰਾਂ ਤੇ ਮਜਲੂਮਾਂ ਦੇ ਉੱਤੇ ਜ਼ੁਲਮ ਕਰਨ ਵਾਲਿਆ, ਜ਼ੋਰ ਵਿਖਾਉਣ ਵਾਲਿਆ, ਜੇ ਐਡਾ ਹੀ ਤਗੜਾ ਮਰਦ ਸੀ ਉੱਥੇ ਦੋ ਦੋ ਹੱਥ ਸਿੰਘਾਂ ਦੇ ਨਾਲ ਕਰ ਦੋ, ਨਾ ਮੈਨੂੰ ਤੂੰ ਕਬੂਲ ਹੈ ਨਾ ਤੇਰਾ ਇਸਲਾਮ। ਇਹਨਾਂ ਕਹਿ ਕੇ ਬੀਬੀ ਨੇ ਝਪਟ ਕੇ ਕਿਸੇ ਸਿਪਾਹੀ ਦੀ ਕਟਾਰ ਕੱਢੀ ਤੇ ਵੇਖਿਆ ਇੰਨੇ ਜ਼ਾਲਮਾਂ ਦੇ ਨਾਲ ਲੜ ਕੇ ਤਾਂ ਮੈਂ ਨਹੀਂ ਇਹ ਤੋਂ ਬਚ ਸਕਦੀ, ਘੱਟੋ ਘੱਟ ਆਪਣੀ ਇੱਜ਼ਤ ਪੱਤ ਦੀ ਰਾਖੀ ਲਈ ਉਹਨੇ ਉਹ ਕਟਾਰ ਆਪਣੇ ਸੀਨੇ ਵਿੱਚ ਮਾਰੀ ਤੇ ਸ਼ਹੀਦ ਹੋ ਗਈ। ਇਹ ਸ਼ੇਰ ਮੁਹੰਮਦ ਘਬਰਾ ਗਿਆ, ਮੇਰੀ ਬਦਨਾਮੀ ਬੜੀ ਹੋਵੇਗੀ, ਮੇਰੀ ਬੇਇੱਜ਼ਤੀ ਹੋ ਜਾਏਗੀ ਮੁਆਸ਼ਰੇ ਦੇ ਵਿੱਚ। ਇਹਨੇ ਆਪਣੇ ਮਹਿਲ ਦੇ ਵਿਹੜੇ ਦੇ ਵਿੱਚ ਰਾਤ ਦੇ ਹਨੇਰੇ ਵਿੱਚ ਟੋਆ ਪਟਵਾ ਕੇ ਉਸ ਬੀਬੀ ਦੇ ਸਰੀਰ ਨੂੰ ਦਫਨਾ ਦਿੱਤਾ ਸੀ। ਇਹ ਬਾਅਦ ਵਿੱਚ ਬਾਬਾ ਬੰਦਾ ਸਿੰਘ ਜੀ ਨੇ ਕਬਰਾਂ ਪਟਵਾ ਕੇ ਵਿੱਚੋਂ ਬੀਬੀ ਅਨੂਪ ਕੌਰ ਜੀ ਦਾ ਸਰੀਰ ਕਢਵਾ ਕੇ ਉਹਦਾ ਸੰਸਕਾਰ ਕਰਵਾਇਆ। ਇਹ ਕਾਰਨਾਮੇ ਨੇ ਮਲੇਰ ਕੋਟਲੀਏ ਸ਼ੇਰ ਮੁਹੰਮਦ ਦੇ। ਪਰ ਕਿਉਂਕਿ ਇਹਨੇ ਇੱਕ ਚੰਗਾ ਕੰਮ ਕਰ ਦਿੱਤਾ, ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਵਕਤ ਇਹਨੇ ਵਜ਼ੀਰ ਖਾਨ ਦੇ ਸਾਹਮਣੇ ਹਾ ਦਾ ਨਾਰਾ ਮਾਰਿਆ ਤੇ ਕਿਹਾ ਸੀ, ਜੇ ਮੈਂ ਬਦਲਾ ਲੈਣਾ ਤੇ ਇਹਨਾਂ ਦੇ ਪਿਤਾ ਕੋਲੋਂ ਲਵਾਂਗਾ। ਇਹ ਸ਼ੀਰਖੋਰ ਦੁੱਧ ਦੇ ਸਹਾਰੇ ਜੀਣ ਵਾਲੇ ਬੱਚੇ ਨੇ, ਦੁੱਧ ਦੇ ਦੰਦ ਨਹੀਂ ਅਜੇ ਇਹਨਾਂ ਦੇ ਟੁੱਟੇ, ਕਿਉਂਕਿ ਇਸਲਾਮੀ ਸ਼ਰੀਅਤ ਕਹਿੰਦੀ ਹੈ ਸ਼ੀਰਖੋਰ ਬੱਚੇ ਤੇ ਫਤਵਾ ਨਹੀਂ ਲੱਗਦਾ। ਉਹ ਕਹਿਣ ਲੱਗਾ, ਬਦਲਾ ਹੀ ਲੈਣਾ ਹੋਗਾ,
लेंगे हम बाप से, खुदा महफूज रखे हमें ऐसे पाप से। ਇਹਦੇ ਇੱਕ ਕੰਮ ਨੇ ਇਹਦੇ ਸੈਂਕੜੇ ਪਾਪ ਜਿਹੜੇ ਸਨ ਉਹ ਧੋ ਕੇ ਰੱਖ ਦਿੱਤੇ ਸਨ। ਖਾਲਸਾ ਇਹਦੇ ਪਾਪਾਂ ਦਾ ਜ਼ਿਕਰ ਨਹੀਂ ਕਰਦਾ। ਜਦੋਂ ਸ਼ੇਰ ਮੁਹੰਮਦ ਦਾ ਜ਼ਿਕਰ ਕਰਦੇ ਆ ਅਸੀਂ ਕੇਵਲ ਉਹਦੀ ਇੱਕ ਅੱਛਾਈ ਦਾ ਜ਼ਿਕਰ ਕਰਦੇ ਆ, ਉਹਦੀਆਂ ਬੁਰਾਈਆਂ ਦਾ ਜ਼ਿਕਰ ਨਹੀਂ ਕਰਦੇ। ਲੋਕ ਕਹਿੰਦੇ ਨੇ, ਮੈਂ ਸੁਣਿਆ ਕਿਸੇ ਨੇ ਕਿਹਾ ਵੇਖੋ ਜੀ ਇਹ ਸਿੱਖ ਬੜੇ ਅਗਰੈਸਿਵ ਨੇ, ਸਿੱਖ ਬੜੀ ਛੇਤੀ ਭੜਕ ਜਾਂਦੇ ਨੇ, ਕਤਲੋ ਗਾਰਤ ਤੇ ਉਤਰ ਆਏ। ਮੈਨੂੰ ਖਿਮਾ ਕਰਨਾ, ਸਿੱਖ ਦਾ ਇਹ ਸੁਭਾਅ ਬਿਲਕੁਲ ਵੀ ਨਹੀਂ ਹੈ। ਜੇ ਕਿਤੇ ਸਿੱਖ ਦੇ ਸੁਭਾਅ 'ਚ ਇਹ ਅਵਗੁਣ ਤੇ ਇਹ ਨੀਵਾਂਪਨ ਕਿਤੇ ਹੁੰਦਾ, ਖਾਲਸਾ ਜੀ ਦੁਨੀਆ ਦੇ ਲੋਕਾਂ ਤੱਕ ਇਹ ਗੱਲ ਪਹੁੰਚਾ ਦਈਏ। ਸੰਸਾਰ ਦੇ ਲੋਕੋ, ਜੇ ਕਿਤੇ ਸਿੱਖ ਦਾ ਮਨ ਇੰਨਾ ਨੀਵਾਂ, ਇੰਨਾ ਸੁਭਾਅ ਥੱਲੇ ਡਿੱਗਾ ਹੁੰਦਾ ਤੇ ਜਦੋਂ ਇੱਕ ਕੋਈ ਗੈਰ ਸਿੱਖ ਨੇ ਦਰਬਾਰ ਸਾਹਿਬ ਦੀ ਬੇਅਦਬੀ ਕਰਨ ਦਾ ਯਤਨ ਕੀਤਾ, ਕਿਸੇ ਇੱਕ ਵੀ ਬੰਦੇ ਨੇ ਕਿਸੇ ਗੈਰ ਧਰਮ ਦੇ ਕਿਸੇ ਦੂਜੇ ਬੰਦੇ ਵੱਲ ਉਂਗਲ ਨਹੀਂ ਚੁੱਕੀ। ਜੇ ਕਿਤੇ ਕੋਈ ਹੋਰ ਥਾਂ ਹੁੰਦਾ, ਮੈਨੂੰ ਖਿਮਾ ਕਰਨਾ, ਹੋ ਸਕਦਾ ਸੀ ਉਹ ਤੇ ਕਿੰਨਿਆਂ ਦੇ ਸੱਥਰ ਵਿਛ ਜਾਂਦੇ। ਇਹ ਸਿੱਖ ਨੂੰ ਗੁਰੂ ਨੇ ਗੁੜਤੀ ਦਿੱਤੀ। ਜਿਨਨੇ ਅਵਗੁਣ ਤੇ ਪਾਪ ਕੀਤਾ ਉਹਨੂੰ ਉਹਦੀ ਸਜ਼ਾ ਦੇਣੀ। ਇਥੋਂ ਤੱਕ ਉਹਦੇ ਜੇ ਸਕੇ ਪਰਿਵਾਰ ਦੇ ਬੱਚੇ ਵੀ ਕਾਬੂ ਆ ਜਾਣ ਤੇ ਉਹਨਾਂ ਦੇ ਵੀ ਸਿਰ ਤੇ ਹੱਥ ਰੱਖ ਕੇ ਕਹਿਣਾ ਤੁਹਾਡੇ ਪਿਓ ਨੇ ਪਾਪ ਕੀਤਾ ਸੀ, ਤੁਹਾਡਾ ਕੋਈ ਕਸੂਰ ਨਹੀਂ। ਇਹ ਗੁਰੂ ਨਾਨਕ ਦੇ ਸਿੱਖ ਦਾ ਸੁਭਾਅ ਹੈ। ਇਸ ਕਰਕੇ ਇਹ ਜਿਹੜੀਆਂ ਬਾਤਾਂ ਲੋਕ ਕਰਦੇ ਨੇ, ਅਸੀਂ ਇੱਕ ਮੁਕਾਮ ਤੇ ਜਾ ਕੇ ਫੇਲ ਹੋ ਜਾਂਦੇ ਆ ਕਿ ਅਸੀਂ ਆਪਣਾ ਨੈਰੇਟਿਵ ਸੰਸਾਰ ਦੇ ਸਾਹਮਣੇ ਅੱਜ ਤੱਕ ਰੱਖ ਨਹੀਂ ਸਕੇ। ਸਾਧ ਸੰਗਤ ਜੀ, ਅਧੂਰੀ ਜਾਣਕਾਰੀ ਪਹੁੰਚਦੀ ਹੈ ਸੰਸਾਰ ਤੱਕ। ਅਧੂਰੀ ਜਾਣਕਾਰੀ ਪਹੁੰਚਣ ਨਾਲ ਮਾਮਲਾ ਕੀ ਬਣ ਜਾਂਦਾ ਹੈ? ਉਹ ਇਸ ਤਰ੍ਹਾਂ ਦਾ ਨੈਰੇਟਿਵ ਇੰਟਰਨੈਸ਼ਨਲੀ ਤੇ ਨੈਸ਼ਨਲ ਤੌਰ ਤੇ ਬਣ ਜਾਂਦਾ ਕਿ ਉਹ ਸਾਨੂੰ ਹੀ ਪਕੜ ਕੇ ਕਟਹਿਰੇ 'ਚ ਖਿਲਾਰ ਦਿੰਦੇ ਨੇ। ਨਾਲੇ ਸਾਡੇ ਨਾਲ ਧੱਕਾ ਹੋਇਆ, ਸਾਡੇ ਨਾਲ ਜ਼ੁਲਮ ਹੋਇਆ ਤੇ ਕਟਹਿਰੇ ਵਿੱਚ ਵੀ ਸਾਨੂੰ ਹੀ ਖਿਲਾਰ ਦਿੱਤਾ। ਸਫਾਈਆਂ ਵੀ ਅਸੀਂ ਦਿੰਦੇ ਫਿਰੀਏ, ਨਾਲੇ ਤਾਂ ਮਾਰ ਅਸੀਂ ਖਾਈਏ, ਨਾਲੇ ਸਫਾਈਆਂ ਵੀ ਅਸੀਂ ਦਿੰਦੇ ਫਿਰੀਏ। ਇਹ ਸਾਡੇ ਤੇ ਬੜਾ ਵੱਡਾ ਬੋਝ ਪਿਆ ਹੋਇਆ ਹੈ। ਇਹ ਬੋਝ ਤਾਂ ਪਿਆ ਹੈ ਕਿਉਂਕਿ ਗੁਰਮੁਖ ਪਿਆਰਿਓ, ਖਾਲਸੇ ਪੰਥ ਦਾ ਜਿਹੜਾ ਨੈਰੇਟਿਵ ਹੈ ਇਹ ਇੰਟਰਨੈਸ਼ਨਲੀ ਤੇ ਨੈਸ਼ਨਲੀ ਇਹ ਲੋਕਾਂ ਦੇ ਵਿੱਚ ਪਹੁੰਚਣ ਨਹੀਂ ਦਿੱਤਾ ਜਾਂਦਾ। ਇਹਨੂੰ ਰੋਕ ਦਿੱਤਾ ਜਾਂਦਾ ਹੈ ਤੇ ਅਣਹੋਈਆਂ ਤੇ ਗਲਤ ਗੱਲਾਂ ਉਹ ਲੋਕਾਂ ਦੇ ਸਾਹਮਣੇ ਜਿਹੜੇ ਪੰਥ ਵਿਰੋਧੀ ਸ਼ਕਤੀਆਂ ਨੇ ਉਹ ਲਗਾਤਾਰ ਪਰੋਸਦੀਆਂ ਨੇ। ਇਸ ਲਈ ਸਾਵਧਾਨ ਹੋਈਏ। ਪਿਛਲੇ ਦਿਨੀ ਇਹ ਰਿਪੋਰਟਾਂ ਵੀ ਇਹ ਇੰਟਰਨੈਸ਼ਨਲੀ ਇਹ ਵਿਖਾਈਆਂ ਗਈਆਂ ਨੇ ਕਿ ਕਿੱਦਾਂ ਇੱਕ ਬਹੁਤ ਵੱਡਾ ਨਕਲੀ ਅਕਾਊਂਟਸ ਬਣਾ ਕੇ ਸੋਸ਼ਲ ਮੀਡੀਏ ਤੇ ਇੱਕ ਬਹੁਤ ਵੱਡਾ ਨੈਟਵਰਕ ਹੈ, ਲੱਖਾਂ ਨਕਲੀ ਫੇਕ ਆਈਡੀਆਂ ਦਾ। ਉਹਨਾਂ ਦਾ ਮਕਸਦ ਕੇਵਲ ਇਹ ਹੈ ਕਿ ਸਿੱਖਾਂ ਨੂੰ ਬਦਨਾਮ ਕੀਤਾ ਜਾਵੇ, ਸਿੱਖ ਪੰਥ ਦਾ ਮਨੋਬਲ ਤੋੜਿਆ ਜਾਵੇ, ਸਿੱਖ ਨੌਜਵਾਨਾਂ ਦੇ ਮਨ ਦੇ ਵਿੱਚ ਸ਼ੰਕੇ ਭਰੇ ਜਾਣ, ਸਿੱਖ ਨੌਜਵਾਨਾਂ ਨੂੰ ਗੁਰੂ ਘਰ ਦੇ ਨਾਲੋਂ ਤੋੜਿਆ ਜਾਵੇ, ਪੰਥਕ ਰਵਾਇਤਾਂ ਦੇ ਨਾਲੋਂ ਮੋੜ ਦਿੱਤਾ ਜਾਵੇ। ਇਹ ਬੜੇ ਵੱਡੇ ਲੈਵਲ ਤੇ ਕੀਤਾ ਜਾ ਰਿਹਾ। ਇਸ ਲਈ ਨੌਜਵਾਨ ਬੱਚਿਆਂ ਨੂੰ, ਬੱਚੀਆਂ ਨੂੰ, ਭੈਣਾਂ ਵੀਰਾਂ ਨੂੰ ਬੇਨਤੀ ਹੈ ਕਿ ਬਿਲਕੁਲ ਵੀ ਇਹੋ ਜਿਹੀਆਂ ਚੀਜ਼ਾਂ ਨੂੰ ਵੇਖ ਕੇ ਨਾ ਭੜਕਣਾ ਚਾਹੀਦਾ ਹੈ। ਇੰਟਰਨੈਟ ਤੇ ਇਹ ਨਹੀਂ ਕਿਸੇ ਲੜਨੀ ਲੱਗ ਪਈਏ, ਕੋਈ ਲੋੜ ਨਹੀਂ। ਉਹ ਤਾਂ ਚਾਹੁੰਦੇ ਨੇ ਤੁਸੀਂ ਲੜੋ, ਉਹ ਤਾਂ ਚਾਹੁੰਦੇ ਨੇ ਤੁਹਾਨੂੰ ਭੜਕਾਇਆ ਜਾਵੇ। ਨਾ ਭੜਕਾਹਟ ਵਿੱਚ ਆਈਏ, ਨਾ ਉਹਨਾਂ ਦੇ ਨਾਲ ਲੜੀਏ, ਬਲਕਿ ਯਤਨ ਇਹ ਕਰੀਏ ਕਿ ਆਪਣੀ ਗੱਲ, ਪੰਥ ਦੀ ਗੱਲ, ਗੁਰੂ ਗ੍ਰੰਥ ਦੀ ਗੱਲ ਸੰਸਾਰ ਦੇ ਸਾਹਮਣੇ ਲਿਆ ਕੇ ਰੱਖੀਏ। ਇਸ ਕਰਕੇ ਅੱਜ ਦੇ ਇਸ ਮੌਕੇ ਤੇ ਬੜੀ ਵੱਡੀ ਜ਼ਿੰਮੇਵਾਰੀ ਨੌਜਵਾਨ ਵੀਰੋ, ਧੰਨ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਤੁਹਾਡੇ ਸਿਰ ਤੇ ਹੈ ਕਿ ਗੁਰੂ ਕਾ ਸੰਦੇਸ਼ ਲੋਕਾਂ ਦੇ ਵਿੱਚ, ਜਗਤ ਦੇ ਵਿੱਚ ਆਪ ਯਤਨ ਕਰਕੇ ਪਹੁੰਚਾਈਏ। ਤੇ ਜਿੱਤੇ ਕਿਤੇ ਵਿਚਰਦੇ ਆ ਆਪਣੀ ਕਹਿਣੀ ਦੁਆਰਾ, ਆਪਣੀ ਕਰਨੀ ਦੁਆਰਾ, ਆਪਣੇ ਰੋਜ਼ਮਰਾ ਦੇ
ਆਮ ਦੁਨੀਆ ਵਿੱਚ ਵਿਚਰਨ ਦੇ ਢੰਗ ਤਰੀਕਿਆਂ ਦੇ ਦੁਆਰਾ ਗੁਰੂ ਪੰਥ ਦੀ ਦਸਤਾਰ ਉੱਚੀ ਕਰੀਏ, ਗੁਰੂ ਕੀ ਸ਼ਾਨ ਨੂੰ ਬਰਕਰਾਰ ਕਰੀਏ ਜੀ। ਚਲੋ ਆਪ ਹੋਏ ਸਰਲ ਔਰ ਨਿਜਪੁਰੀ ਬਸੀਜੈ। ਇਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਨੇ, ਪ੍ਰਿਥੀ ਚੰਦ ਛੱਡ ਲੜਾਈਆਂ ਝਗੜੇ ਤੇ ਆ ਜਾ, ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਜਾ ਕੇ ਵਸ ਜਾਈਏ। ਮੇਲ ਦੇਹੋ ਦਰਸ਼ਨ ਸੰਗਤਾਂ ਭੇਟਾ ਗਣ ਲੀਜੈ। ਤੇ ਸੰਗਤਾਂ ਵਿੱਚ ਆ ਕੇ ਦਰਸ਼ਨ ਦੇ, ਸੰਗਤਾਂ ਦੀਆਂ ਭੇਟਾਂ ਤੈਨੂੰ ਦੇ ਦਿਆ ਕਰਾਂਗੇ, ਚੜਾਵਾ ਤੇਰੇ ਹੱਥ ਦੇ ਰੱਖ ਦਿਆ ਕਰਾਂਗੇ ਸਾਰਾ ਪ੍ਰਿਥੀ ਚੰਦ। ਸ਼੍ਰੀ ਅਰਜਨ ਨਿਤ ਨਮਰ ਹੈ, ਛਲ ਝੂਠ ਬਹੀਨਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨਿਮਰਤਾ ਵਿੱਚ ਨੇ, ਕੋਈ ਛਲ ਨਹੀਂ ਕਰਦੇ, ਕੋਈ ਝੂਠ ਇਤਿਆਦਿਕ ਨਹੀਂ ਬੋਲਦੇ। ਦਇਆ ਸ਼ਿਮਾ ਜੁਤ ਗਿਆਨ ਨਿਧ, ਸਭ ਗੁਣਨ ਪਰਬੀਨਾ। ਦਇਆ ਤੇ ਸ਼ਿਮਾ ਆਤਮ ਗਿਆਨ ਵਿਵੇਕ ਦੇ ਨਾਲ ਭਰੇ ਹੋਏ ਨੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ। ਸੁਣ ਜਸ ਕਾ ਪ੍ਰਿਥਿਆ ਜਰਿਓ, ਬਚ ਉੱਚੇ ਭਾਖਾ। ਇਹ ਗੱਲ ਸੁਣ ਕੇ ਪ੍ਰਿਥੀ ਚੰਦ ਕੋਲੋਂ ਜਰਿਆ ਨਾ ਗਿਆ ਤੇ ਉੱਚੀ ਉੱਚੀ ਬੋਲਣ ਲੱਗ ਪਿਆ। ਚਲਿਓ ਜਾਹੋ ਬੋਲੋ ਨਹੀਂ, ਮੈਂ ਆਦਰ ਰਾਖਾ। ਭਾਈ ਗੁਰਦਾਸ ਉੱਠ ਕੇ ਚਲੇ ਜਾਓ ਤੇ ਹੁਣ ਕੁਝ ਹੋਰ ਨਾ ਬੋਲਿਓ, ਹੁਣ ਤੱਕ ਮੈਂ ਤੁਹਾਡੀ ਇੱਜ਼ਤ ਰੱਖੀ ਹੈ, ਤੁਹਾਡਾ ਆਦਰ ਕਰਦਾ ਰਿਹਾ ਹਾਂ। ਨਤ ਐਸੀ ਕਰਵਾਏ ਹਾਂ, ਜਰਤੇ ਕਹੋ ਜਾਰੈ। ਨਹੀਂ ਤੇ ਫਿਰ ਮੈਂ ਤੁਹਾਡਾ ਆਦਰ ਸਨਮਾਨ ਭੁੱਲ ਕੇ ਤੇ ਤੁਹਾਡਾ ਨਿਰਾਦਰ ਕਰਨ ਤੇ ਉਤਰ ਆਵਾਂਗਾ। ਤੁਸੀਂ ਬਲਦੀ ਹੋਈ ਤੇ ਹੋਰ ਤੇਲ ਨਾ ਪਾ ਦਿਓ। ਭਰਿਓ ਖੁਟਾਈ ਸੋ ਸਦਾ, ਸ਼ੁਭ ਸ਼ੀਲ ਉਚਾਰੈ। ਭਾਈ ਗੁਰਦਾਸ ਸਾਹਿਬ ਜੀ ਤਾਂ ਨਿਮਰਤਾ ਦੇ ਬੋਲ ਬੋਲਦੇ ਨੇ। ਇਹ ਨਾਲੇ ਚੋਰ ਤੇ ਨਾਲੇ ਚਤਰ, ਇਹ ਅਗੋ ਉੱਚੀ ਉੱਚੀ ਬੋਲਦਾ ਹੈ, ਨਾਲੇ ਦੋਸ਼ੀ ਹੈ, ਨਾਲੇ ਅਗੋ ਉੱਚੀ ਉੱਚੀ ਬੋਲਦਾ ਹੈ ਜੀ। ਛਤਰ ਮਹਾ ਮੇਰੋ ਬਣਿਓ, ਸੁਤ ਜੁਤ ਕਾਉ ਮਾਰੋ। ਕਹਿਣ ਲੱਗਾ ਜਿਹੜੇ ਮੇਰੇ ਵੈਰੀ ਬਣ ਗਏ ਨੇ ਨਾ ਗੁਰੂ ਅਰਜਨ ਦੇਵ ਜੀ ਨੂੰ, ਇਹਨਾਂ ਦੇ ਪੁੱਤਰ ਦੇ ਸਮੇਤ ਹੀ ਮੈਂ ਮਰਵਾ ਦਿਆਂਗਾ। ਗੁਰਤਾ ਲੈ ਕੇ ਬਹੁਰ ਮੈਂ, ਪ੍ਰਸੰਤਾ ਧਾਰਾਂ। ਤੇ ਗੁਰਤਾ ਗੱਦੀ ਲੈ ਕਰਕੇ ਫੇਰ ਮੈਂ ਪ੍ਰਸੰਨ ਖੁਸ਼ ਹੋਵਾਂਗਾ। ਤੋਹੇ ਕਹੇ ਕਿਆ ਹੋਤ ਹੈ, ਜਸ ਹੈ ਤਸ ਜਾਨੋ। ਹਾਂ ਭਾਈ ਗੁਰਦਾਸ, ਤੇਰੇ ਕਹਿਣ ਨਾਲ ਕੀ ਹੁੰਦਾ ਹੈ, ਜਿਵੇਂ ਹੋਵੇਗਾ ਉਵੇਂ ਫਿਰ ਮੈਂ ਕਰਕੇ ਵਿਖਾ ਦਿਆਂਗਾ ਤੈਨੂੰ। ਰਾਤ ਦਿਵਸ ਚਿੰਤਾ ਵਿਖੈ, ਹੱਥ ਕੈ ਸੁਖ ਠਾਨੋ। ਤੈਨੂੰ ਕੀ ਪਤਾ ਹੈ, ਮੈਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ। ਪ੍ਰਿਥੀ ਚੰਦ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਚਿੰਤਾ 'ਚ ਪਿਆ ਰਹਿਣਾ, ਤੇ ਮੈਨੂੰ ਤਾਂ ਚੈਨ ਉਦਣ ਆਉਣਾ ਜਿੱਦਣ ਮੈਂ ਗੁਰੂ ਅਰਜਨ ਦੇਵ ਜੀ ਨੂੰ ਖਤਮ ਕਰਵਾ ਦੇਵਾਂਗਾ। ਤਬ ਭਾਈ ਗੁਰਦਾਸ ਨੇ ਕਰ ਕ੍ਰੋਧ ਬਖਾਨਿਓ। ਤਾਂ ਭਾਈ ਗੁਰਦਾਸ ਸਾਹਿਬ ਜੀ ਨੂੰ ਵੀ ਫਿਰ ਜਦੋਂ ਇੰਨੀਆਂ ਗੱਲਾਂ ਕਹੀਆਂ ਨਾ ਵੀ ਮੈਂ ਗੁਰੂ ਅਰਜਨ ਦੇਵ ਜੀ ਨੂੰ ਛੱਡਣਾ ਨਹੀਂ, ਧਿਆਨ ਦੇਣਾ। ਕਈ ਮੂਰਖ ਪਤਾ ਕੀ ਸਵਾਲ ਕਰ ਰਹੇ ਨੇ ਕੱਲ ਰਾਤ ਦੇ, ਆਖੇ ਗੁਰੂ ਘਰ ਜਾ ਕੇ ਇੰਨਾ ਗੁੱਸਾ ਆ ਗਿਆ ਵੀ ਕੁੱਟ-ਕੁੱਟ ਬੰਦਾ ਹੀ ਮਾਰ ਦਿੱਤਾ ਹੈ। ਇਹ ਕਾਹਦੇ ਸਿੱਖ ਨੇ? ਭਾਈ ਗੁਰਦਾਸ ਨਾਲੋਂ ਵੱਡਾ ਸਿੱਖ ਤਾਂ ਨਹੀਂ ਨਾ ਕੋਈ ਹੈਗਾ ਦੁਨੀਆ ਤੇ। ਉਹਨਾਂ ਜਿੱਡੀ ਨਿਮਰਤਾ, ਉਹਨਾਂ ਜਿੱਡਾ ਨਿਰਮਾਣਾ ਪੰਨਤ ਨਹੀਂ ਨਾ ਕਿਸੇ ਦੇ ਕੋਲ ਹੈ। ਜਦੋਂ ਪ੍ਰਿਥੀ ਚੰਦ ਨੇ ਕਿਹਾ ਮੈਂ ਗੁਰੂ ਅਰਜਨ ਦੇਵ ਨੂੰ ਹੀ ਛੱਡਣਾ ਨਹੀਂ, ਮਰਵਾ ਦਿਆਂਗਾ, ਫਿਰ ਭਾਈ ਗੁਰਦਾਸ ਜੀ ਨੂੰ ਵੀ ਜੋਸ਼ ਚੜ ਗਿਆ, ਉਹਨਾਂ ਨੂੰ ਵੀ ਵੀਰ ਰਸ ਆ ਗਿਆ, ਤੇ ਉਹਨਾਂ ਨੇ ਵੀ ਫਿਰ ਨਿਮਰਤਾ ਵਾਲਾ ਜਿਹੜਾ ਪਾਸਾ ਸੀ ਉਹ ਛੱਡ ਦਿੱਤਾ ਸੀ। ਸ੍ਰੀ ਅਰਜਨ ਰਵ ਜਗ ਦਿਖਤ, ਖਲ ਪਿਚਕ ਨਾ ਜਾਣਿਓ। ਉਹ ਕਹਿਣ ਲੱਗੇ ਉਹ ਮੂਰਖਾ, ਉਹ ਪ੍ਰਿਥੀ ਚੰਦਾ, ਗੁਰੂ ਅਰਜਨ ਦੇਵ ਜੀ ਸੂਰਜ ਨੇ ਤੇ ਤੂੰ ਨਿੱਕਾ ਜਿਹਾ ਟਟਹਿਣਾ, ਤੂੰ ਗੁਰੂ ਅਰਜਨ ਦੇਵ ਜੀ ਦਾ ਕੀ ਵਿਗਾੜ ਲਵੇਂਗਾ। ਸੰਤ ਤਾਮ ਰਸ ਬਿਕਸਤੇ, ਸਭ ਨਰ ਸੁਖ ਪਾਵੈ। ਜਿਹੜੇ ਸੰਤ ਜਨ ਨੇ ਨਾ ਗੁਰਮੁਖ, ਉਹ ਤਾਂ ਬੜੇ ਪ੍ਰਸੰਨ ਨੇ, ਉਹ ਤਾਂ ਬੜੇ ਆਨੰਦਿਤ ਨੇ। ਤੇ ਜਿਹੜੇ ਨੇ ਤੇਰੇ ਵਰਗੇ ਮੂਰਖ ਉੱਲੂ, ਜਦੋਂ ਸੂਰਜ ਚੜ੍ਹਦਾ ਨਾ ਸਾਰਾ ਜਗਤ ਖੁਸ਼ ਹੋ ਜਾਂਦਾ ਵੀ ਸੂਰਜ ਚੜ੍ਹ ਗਿਆ, ਪਰ ਕੁਝ ਪ੍ਰਾਣੀ ਹੁੰਦੇ ਨੇ ਉਹ ਦੁਖੀ ਹੋ ਜਾਂਦੇ ਨੇ ਵੀ ਸੂਰਜ ਕਿਉਂ ਚੜ੍ਹ ਗਿਆ।
ਉਹਨਾਂ ਦੇ ਵਿੱਚ ਇੱਕ ਹੁੰਦਾ ਉੱਲੂ। ਉੱਲੂ ਨਹੀਂ ਚਾਹੁੰਦਾ ਵੀ ਸੂਰਜ ਚੜਿਓ, ਕਹਿੰਦਾ ਹਨੇਰਾ ਹੀ ਹੋਇਆ ਰਵੇ। ਇਸ ਲਈ ਜਿਹੜੇ ਐਸੇ ਨਿੰਦਕ ਤੇ ਦੁਸ਼ਟ ਪਾਪੀ ਨੇ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਾਂਝੀਵਾਲਤਾ ਦਾ ਬੋਲ ਵੀ ਕਦੇ ਚੰਗਾ ਨਹੀਂ ਲੱਗਦਾ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਉਪਦੇਸ਼ ਸਾਂਝੀਵਾਲਤਾ ਦਾ ਕਦੇ ਨਹੀਂ ਭਾਉਂਦਾ, ਤੇ ਉਹ ਸਦਾ ਪੂਰੇ ਗੁਰੂ ਦੇ ਵੈਰੀ ਬਣੇ ਰਹਿੰਦੇ ਹਨ। ਤਸਕਰ ਨਿੰਦਕ ਦੁਖਤ ਕਹੈ, ਨਹਿ ਸੋ ਘਟ ਜਾਵੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਚੋਰਾਂ ਨੂੰ ਵੀ ਸੂਰਜ ਚੜ੍ਹਦਾ ਨਹੀਂ ਚੰਗਾ ਲੱਗਦਾ। ਉਹ ਕਹਿੰਦੇ ਹਨੇਰਾ ਹੀ ਰਹਿੰਦਾ ਤੇ ਚੰਗਾ ਸੀ, ਵਾਹ ਵਾਹ ਸਾਡਾ ਕੰਮ ਬਣ ਜਾਂਦਾ। ਸੂਰਜ ਚੜ੍ਹਨ ਕਰਕੇ ਚਾਨਣ ਹੋ ਗਿਆ ਤੇ ਅਸੀਂ ਹੁਣ ਚੋਰੀ ਕਰਨ ਤੋਂ ਅਸਫਲ ਹੋ ਜਾਵਾਂਗੇ। ਇਸ ਤਰ੍ਹਾਂ ਜਿਹੜੇ ਤਸਕਰ ਚੋਰ ਨੇ ਉਹ ਹਨੇਰਾ ਹੀ ਭਾਲਦੇ ਹਨ। ਨਾਮ ਪ੍ਰਿਥਿਆ ਚੰਦ ਤੋਂ ਫੀਕੋ ਪਰ ਜੈ ਹੈ। ਪ੍ਰਿਥੀ ਚੰਦਾ, ਤੇਰਾ ਨਾਮ ਹੈ ਪ੍ਰਿਥੀ ਚੰਦ, ਪਰ ਤੂੰ ਚੰਦ ਨਹੀਂ ਰਹਿ ਗਿਆ, ਤੂੰ ਫਿੱਕਾ ਪੈ ਗਿਆ, ਤੂੰ ਕਾਲਾ ਹੋ ਗਿਆ ਹੈ। ਤੁਜ ਪੱਖੀ ਉਡਗਣ ਛਿਪ ਹੈ, ਸੋ ਦ੍ਰਿਸ਼ਟ ਨਾ ਐ ਹੈ। ਤੇ ਚੇਤਾ ਰੱਖੀ, ਜਿਹੜੇ ਤੇਰੇ ਪੱਖ ਵਿੱਚ ਬੋਲਣ ਵਾਲੇ ਨੇ, ਇਹਨਾਂ ਦੇ ਵੀ ਪੱਲੇ ਨਹੀਂ ਕੁਝ ਰਹਿਣਾ, ਇਹ ਵੀ ਤਾਰਿਆਂ ਦੀ ਨਿਆਈ ਛਿਪ ਜਾਣਗੇ। ਇਸ ਤਰ੍ਹਾਂ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਨੂੰ ਸਾਧ ਸੰਗਤ ਜੀ ਜੋਸ਼ ਵਿੱਚ ਆ ਕੇ ਉਹਦੀ ਹਕੀਕਤ ਸੁਣਾ ਦਿੱਤੀ। ਇਸ ਪ੍ਰਕਾਰ ਗੁਰਦਾਸ ਨੇ ਗਤ ਹੱਠ ਠਾਨਿਓ ਹਨ। ਭਾਈ ਗੁਰਦਾਸ ਸਾਹਿਬ ਜੀ ਨੇ ਇਸ ਪ੍ਰਕਾਰ ਦੇ ਨਾਲ ਇਹ ਬਚਨ ਬਿਲਾਸ ਇਹਦੇ ਨਾਲ ਕੀਤੇ ਨੇ। ਇਸ ਪ੍ਰਕਾਰ ਗੁਰਦਾਸ ਨੇ ਕਹਿਓ ਬਾਕ ਸਭ ਰੀਤ, ਇਹਦੀ ਅਸਲੀਅਤ ਵਿਖਾ ਦਿੱਤੀ, ਇਹਦਾ ਸ਼ੀਸ਼ਾ ਇਹਨੂੰ ਵਿਖਾ ਦਿੱਤਾ ਵੀ ਤੂੰ ਪ੍ਰਥੀਆ ਭੂਤਰਿਆ ਨਾ, ਫਿਰ ਤੂੰ ਟਟਹਿਣਾ ਹੈ ਤੇ ਗੁਰੂ ਅਰਜਨ ਦੇਵ ਜੀ ਸੂਰਜ ਨੇ, ਤੂੰ ਕੀ ਮੁਕਾਬਲਾ ਕਰੇਗਾ? ਤੂੰ ਗੁਰੂ ਅਰਜਨ ਦੇਵ ਜੀ ਦੇ ਨਾਲ ਟੱਕਰ ਲੈਣ ਜੋਗਾ ਨਹੀਂ ਹੈ। ਮਹਾ ਕਸ਼ਟ ਕੋ ਧਾਰਹੀਂ, ਆਵ ਹੈ ਨਹੀਂ ਪ੍ਰਤੀਤ। ਚੰਗਾ ਜੇ ਗੁਰੂ ਅਰਜਨ ਦੇਵ ਜੀ ਦੇ ਤੈਨੂੰ ਭਰੋਸਾ ਨਹੀਂ ਨਾ ਆਉਂਦਾ, ਸ਼ਰਧਾ ਨਹੀਂ ਆਉਂਦੀ, ਤੇ ਤੂੰ ਗੁਰੂ ਅਰਜਨ ਦੇਵ ਜੀ ਦੀ ਨਿੰਦਾ ਹੀ ਕਰਦੇ ਰਹਿਣਾ ਹੈ, ਉਹਨਾਂ ਦੀਆਂ ਚੁਗਲੀਆਂ ਹੀ ਲਾਉਣੀਆਂ ਨੇ ਬਾਦਸ਼ਾਹ ਕੋਲ, ਤੇ ਜਾਂ ਫਿਰ ਤੁਰਿਆ ਫਿਰ ਠੇਡੇ ਖਾਂਦਾ, ਫੇਰ ਤੇਰਾ ਬਣਨਾ ਕੁਛ ਨਹੀਂ, ਤੇਰੇ ਪੱਲੇ ਕੁਛ ਨਹੀਂ ਪੈਣਾ। ਲੱਖ ਯਤਨ ਵੀ ਕਰ ਲਵੇਂਗਾ ਤਾਂ ਵੀ ਤੂੰ ਗੁਰੂ ਅਰਜਨ ਦੇਵ ਜੀ ਦਾ ਕੁਝ ਨਹੀਂ ਵਿਗਾੜ ਸਕਦਾ। ਉਹ ਪੂਰਨ ਪੁਰਖ ਨੇ, ਆਪ ਪਰਮੇਸ਼ਰ ਨੇ, ਤੇ ਤੂੰ ਭਾਈ ਲੇਖੇ ਦੇ ਵਿੱਚ ਬੱਧਾ ਹੋਇਆ ਇਹ ਕੰਮ ਸਧਾਰਨ ਜਿਹਾ ਮਨੁੱਖ ਹੈ। ਚੁਗਲੀ, ਨਿੰਦਾ ਤੇ ਬਖੀਲੀ ਕਰਨੀ, ਇਹ ਤੇਰੇ ਨੀਵੇਂ ਕਰਮ ਨੇ। ਇਹਨਾਂ ਕਰਮਾਂ ਦਾ ਫਲ ਭੋਗਦਾ ਭੋਗਦਾ ਦੁਨੀਆ ਤੋਂ ਰੁਖਸਤ ਹੋ ਜਾਏਗਾ, ਪਰ ਪੂਰੇ ਗੁਰੂ ਨਿਰਵੈਰ ਗੁਰੂ ਦਾ ਤੂੰ ਕੁਝ ਨਹੀਂ ਵਿਗਾੜ ਸਕਦਾ। ਇਹ ਉਪਦੇਸ਼ ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਿਥੀ ਚੰਦ ਨੂੰ ਸੁਣਾ ਦਿੱਤਾ ਹੈ। ਅੱਗੋਂ ਫਿਰ ਪ੍ਰਿਥੀ ਚੰਦ ਕੀ ਕੁਝ ਕਰਦਾ ਹੈ, ਅਗਲਾ ਪ੍ਰਸੰਗ ਆਉਂਦੇ ਦਿਨਾਂ ਵਿੱਚ ਸੁਣਾਂਗੇ। ਕੱਲ ਸਾਧ ਸੰਗਤ ਜੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਪੰਦਰਵਾੜੇ ਦਾ ਕੱਲ ਦਾ ਉਹ ਦਿਨ ਹੈ ਕਿ ਜਿਸ ਦਿਨ ਆਨੰਦਪੁਰ ਸਾਹਿਬ ਦੇ ਵਿੱਚ ਬੈਠ ਕੇ ਫੈਸਲਾ ਹੋ ਗਿਆ ਸੀ ਕਿ ਹੁਣ ਆਪਾਂ ਕਿਲਾ ਤਿਆਗ ਦੇਣਾ ਹੈ। ਕੱਲ ਦਾ ਦਿਨ ਹੈ ਜਦੋਂ ਫੈਸਲਾ ਹੋਇਆ ਕਿ ਕਿਲਾ ਤਿਆਗ ਦੇਣਾ, ਤੇ ਪਰਸੋਂ 6 ਪੋਹ ਦਾ ਉਹ ਦਿਨ ਜਦੋਂ ਤਿਆਰੀਆਂ ਸਾਰਾ ਦਿਨ ਹੋਈਆਂ ਨੇ, ਤੇ ਗੁਰਮੁਖੋ 10:30 ਵਜੇ ਰਾਤ ਦੇ ਗੁਰੂ ਗੋਬਿੰਦ ਸਿੰਘ ਜੀ ਨੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਪਵਿੱਤਰ ਅਸਥਾਨ ਸੀਸਗੰਜ ਸਾਹਿਬ ਵਿਖੇ ਆਪ ਆਨੰਦਪੁਰ ਸਾਹਿਬ ਤੋਂ ਛੱਡ ਕੇ ਚੱਲਣ ਦੀ ਚਲਾਨੇ ਦੀ ਅਰਦਾਸ ਕੀਤੀ। 10:30 ਵਜੇ ਰਾਤ ਕਿਲਾ ਛੱਡਿਆ, ਤੇ ਰਾਤ ਤਕਰੀਬਨ 1:30 ਵਜੇ ਦੇ ਕਰੀਬ ਜਦੋਂ ਦੁਸ਼ਮਣਾਂ ਨੇ, ਵੈਰੀਆਂ ਨੇ ਪਿੱਛੋਂ ਹਮਲਾ ਕੀਤਾ, ਉੱਥੇ ਫਿਰ ਜੰਗ ਆਰੰਭ ਹੋਈ ਹੈ ਨਰਮੋਹਗੜ੍ਹ ਦੀ ਪਹਾੜੀ ਤੋਂ ਸਰਸਾ ਤੱਕ। ਫਿਰ ਸਰਸਾ ਦੇ ਪਾਰਲੇ ਪਾਸੇ ਭਾਈ ਬਚਿੱਤਰ ਸਿੰਘ ਜੀ ਨੇ ਵੈਰੀਆਂ ਨੂੰ ਰੋਕਣਾ, ਫਿਰ ਸਾਕਾ ਚਮਕੌਰ ਸਾਹਿਬ ਦਾ, ਸਰਹੰਦ ਦਾ, ਇਹ ਸਾਰੀ ਇਤਿਹਾਸ ਦੀ ਲੜੀ ਕੱਲ ਨਾਲ ਦੀ ਨਾਲ ਆਰੰਭ ਕਰਾਂਗੇ।
ਬੇਅੰਤ ਭੁੱਲਾਂ ਗਲਤੀਆਂ ਤਰੁੱਟੀਆਂ ਸੁਭਾਵਿਕ ਰੂਪ ਵਿੱਚ ਰਹਿ ਜਾਂਦੀਆਂ ਸਤਿਗੁਰੂ ਜੀ ਤੇ ਗੁਰੂ ਕੀ ਸੰਗਤ ਆ ਬਖਸ਼ਿੰਦੋ। ਆਓ ਅਖੀਰਲੇ ਬਚਨਾਂ ਨੂੰ ਰਸਨਾ ਦੁਆਰਾ ਸਾਂਝੇ ਕਰੀਏ, ਸਤਿਗੁਰਾਂ ਦੇ ਦਰ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਦੋਹਰਾ ਇਸ ਪ੍ਰਕਾਰ ਗੁਰਦਾਸ ਨੇ ਕਹਿਓ ਬਾਕ ਸਭ ਰੀਤ, ਮਹਾ ਕਸ਼ਟ ਕੋ ਤਾਰਹੀ ਆਵੇ ਨਹੀਂ ਪ੍ਰਤੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।